ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ ਟੂ ਪ੍ਰਦੇਸ਼ ਤੇ ਮੈਂ ਹਾਂ ਦਿਲਬਾਗ ਸਿੰਘ ਜੌਹਲ। ਅੱਜ ਮੌਜੂਦ ਹਾਂ ਫਤਿਹਗੜ੍ਹ ਸਾਹਿਬ, ਜਿੱਥੇ ਕਿ ਮਕਬਰਾ ਉਸਤਾਦ ਤੇ ਜੋ ਸ਼ਾਗਿਰਦ ਹੈ, ਦੋ ਮਕਬਰੇ ਨੇ। ਤਾਂ ਅੱਜ ਗੱਲਬਾਤ ਕਰਾਂਗੇ, ਤੁਹਾਨੂੰ ਇੱਕ ਨਵੀਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਾਡੇ ਨਾਲ ਐਡਵੋਕੇਟ ਗਗਨਦੀਪ ਜੀ ਗੁਰਾਇਆ ਜੀ ਮੌਜੂਦ ਨੇ। ਤਾਂ ਸਾਰੀ ਜਾਣਕਾਰੀ ਅੱਜ ਐਡਵੋਕੇਟ ਸਾਹਿਬ ਸਾਨੂੰ ਜਾਣਕਾਰੀ ਦੇਣਗੇ। ਤਾਂ ਸਵਾਗਤ ਹੈ ਤੁਹਾਡਾ ਐਡਵੋਕੇਟ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗੱਲ ਕੀਤੀ ਜਾਵੇ ਐਡਵੋਕੇਟ ਸਾਹਿਬ, ਜਿਸ ਤਰ੍ਹਾਂ ਹੁਣ ਆਪਾਂ ਮਕਬਰੇ ਦੀ ਗੱਲ ਕਰ ਰਹੇ ਸੀਗੇ, 4-5 ਮਕਬਰੇ ਹੈਗੇ ਨੇ। ਤਾਂ ਇਸ ਵਕਤ ਜਿਹੜਾ ਆਪਾਂ ਮੌਜੂਦ ਹੈਗੇ ਆ, ਕਿਹੜਾ ਮਕਬਰਾ ਹੈਗਾ? ਇਹ ਹੈ ਜੀ ਉਸਤਾਦ ਤੇ ਸ਼ਾਗਿਰਦ ਦਾ ਮਕਬਰਾ। ਇਹ ਉਸਤਾਦ ਦਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਉਸਤਾਦ ਦਾ ਮਕਬਰਾ ਹੈ ਤੇ ਬਿਲਕੁਲ ਆਪੋਜ਼ਿਟ ਜਿਹੜਾ ਦਿਖ ਰਿਹਾ ਉਹ ਹੈਗਾ ਸ਼ਾਗਿਰਦ ਦਾ ਮਕਬਰਾ। ਅਸੀਂ ਇਸ ਟਾਈਮ ਖੜੇ ਆ ਸਰਹੰਦ ਸ਼ਹਿਰ ਫਤਿਹਗੜ੍ਹ ਸਾਹਿਬ, ਸਾਹਮਣੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਹ ਨਜ਼ਰ ਆ ਰਿਹਾ। ਤਕਰੀਬਨ ਇੱਥੋਂ ਸਾਰਾ ਹੀ 1 ਕਿਲੋਮੀਟਰ ਦੀ ਵਿੱਥ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਿਖ ਰਿਹਾ, ਤੁਸੀਂ ਦਰਸ਼ਨ ਕਰ ਰਹੇ ਹੋ। ਨਾਲ ਹੀ ਉਹਦੇ ਠੰਡਾ ਬੁਰਜ ਹੈ ਤੇ ਬਿਲਕੁਲ ਗੁਰਦੁਆਰਾ ਸਾਹਿਬ ਨਾਲ ਹੀ ਉਹਦੇ ਪ੍ਰਾਤਨ ਸਰਹੰਦ ਸ਼ਹਿਰ ਹੈ, ਜਿਹਨੂੰ ਪੁਰਾਣੀ ਸਰਹੰਦ ਵੀ ਆਖਿਆ ਜਾਂਦਾ ਹੈ। ਹਾਂਜੀ, ਪੁਰਾਣੀ ਸਰਹੰਦ ਵੀ ਆਖਿਆ ਜਾਂਦਾ, ਸਰਹੰਦ ਸ਼ਹਿਰ ਹੈ। ਉੱਥੋਂ ਤਕਰੀਬਨ ਕਿਲੋਮੀਟਰ ਦੀ ਵਿੱਥ ਦੇ ਉੱਪਰ ਇਹ ਪਿੰਡ ਤਲਾਣੀਆਂ ਜੀ, ਪਿੰਡ ਤਲਾਣੀਆਂ ਦੀ ਜਗ੍ਹਾ ਹੈ, ਉੱਥੋਂ ਦੀ ਜ਼ਮੀਨ ਹੈ। ਉਸ ਜ਼ਮੀਨ ਦੇ ਵਿੱਚ ਇਹ ਬਣੇ ਹੋਏ ਨੇ 2 ਮਕਬਰੇ ਨੇ। ਐਕਚੁਅਲੀ ਕੀ ਹੈ, ਸਰਹੰਦ ਬਹੁਤ ਪੁਰਾਣਾ ਸ਼ਹਿਰ ਹੈ, ਮੁਗਲ ਕਾਲ ਤੋਂ ਚੱਲਦਾ ਆ ਰਿਹਾ। ਹਾਂਜੀ, ਮੁਗਲੀਅਤ ਸਲਤਨਤ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਪਰ ਮੁਗਲਾਂ ਦਾ ਬਹੁਤ ਵੱਡਾ ਰਾਜ ਰਿਹਾ ਹੈ। ਬਹੁਤ ਲੰਮਾ ਸਮਾਂ ਮੁਗਲੀਅਤ ਖਾਨਦਾਨ ਨੇ ਇੱਥੇ ਰਾਜ ਕੀਤਾ। ਤੇ ਉਹ ਸਰਹੰਦ ਕੀ ਸੀ, ਜਦੋਂ ਦਿੱਲੀ ਤੋਂ ਲੈ ਕੇ ਆਪਾਂ ਚਲਦੇ ਤੁਹਾਨੂੰ ਵਿਖਾਉਂਦੇ ਹਾਂ। ਦਿੱਲੀ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵਾਰ ਨਾਲ ਆ ਕੇ ਜਿਹੜੇ ਸ਼ਾਟ ਨੇ ਇੱਕ ਵਾਰ ਪੂਰੇ ਅੰਦਰ ਦੇ ਸ਼ਾਟ ਦਿਖਾਏ ਜਾਣ। ਹਾਂਜੀ, ਦਿੱਲੀ ਤੋਂ ਲੈ ਕੇ ਨਾ ਜਦੋਂ ਜਾਂਦੇ ਸੀ ਆਪਾਂ ਜੀ, ਉਹ ਇੱਕ ਮਿੰਟ ਐਡਵੋਕੇਟ ਸਾਹਿਬ, ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰ ਮਾਈਕ ਜਿਹੜਾ ਵਾ ਇਹ ਖੁਦ ਜਿਹੜਾ ਫੜ ਕੇ ਨਾਲ ਜਿਹੜੀ ਜਾਣਕਾਰੀ ਦਰਸ਼ਕਾਂ ਨੂੰ ਸਾਂਝੀ ਕਰੋ ਜੀ। ਜੀ ਦਿੱਲੀ ਤੋਂ ਜਦੋਂ ਜਾਂਦੇ ਸੀ ਨਾ ਅੰਮ੍ਰਿਤਸਰ, ਦਿੱਲੀ ਤੋਂ ਲਾਹੌਰ ਜਾਂਦੇ ਹੋਏ ਰਸਤੇ ਦੇ ਵਿੱਚ ਬਿਲਕੁਲ ਮਿਡ ਪੁਆਇੰਟ ਸੀ। ਐਡਵੋਕੇਟ ਸਾਹਿਬ ਬੈਕ ਸਾਈਡ ਨਹੀਂ, ਦਿੱਲੀ ਤੋਂ ਲਾਹੌਰ ਜਾਂਦੇ ਹੋਏ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਸਰਹੰਦ ਨਾਮ। ਕਈ ਸਾਰੇ ਸਰੋਤਾਂ ਦੇ ਵਿੱਚ ਇਸ ਨੂੰ ਸਰਹਿੰਦ ਵੀ ਆਖਿਆ ਜਾਂਦਾ ਹੈ ਤੇ ਬਹੁਤਾਤ ਦੇ ਵਿੱਚ ਸਰਹਿੰਦ ਆਖਿਆ ਜਾਂਦਾ ਹੈ, ਕਿਉਂਕਿ ਸਰਹੰਦ ਦਾ ਮਤਲਬ ਹੈ ਹਿੰਦੁਸਤਾਨ ਦਾ ਸਿਰ। ਬਹੁਤ ਵੱਡਾ ਇੱਕ ਮੁਗਲਾਂ ਦਾ ਖਾਨਦਾਨ, ਉਹਨਾਂ ਨੇ ਇੱਥੇ ਰਾਜ ਕੀਤਾ, ਬਹੁਤ ਵੱਡਾ ਰਾਜ ਕੀਤਾ ਇੱਥੇ ਉਹਨਾਂ ਨੇ। ਸੋ ਜਿੱਥੇ ਆਪਾਂ ਇਸ ਟਾਈਮ ਫਿਰ ਰਹੇ ਹਾਂ, ਇਹ ਹੈ ਜੀ ਉਸਤਾਦ ਦਾ ਮਕਬਰਾ। ਤੇ ਆਪਾਂ ਇਸ ਸਮੇਂ ਇਹਨਾਂ ਦੀ ਪਹਿਲੀ ਜੋ ਫਸਟ ਫਲੋਰ ਹੈ ਉਸ ਦੇ ਉੱਪਰ ਫਿਰ ਰਹੇ ਹਾਂ। ਹੁਣ ਉੱਪਰ ਜਾਵਾਂਗੇ ਤੇ ਇਹ ਜੋ ਨਾ 2 ਹੋਏ ਨੇ, ਉਸਤਾਦ ਤੇ ਸ਼ਾਗਿਰਦ। ਉਸਤਾਦ ਸੈਯਦ ਖਾਨ ਤੇ ਸ਼ਾਗਿਰਦ ਹੋਇਆ ਜੀ ਖਵਾਜਾ ਖਾਨ। 2 ਇਹ ਹੋਏ ਨੇ। ਉਸ ਵੇਲੇ ਦੇ ਬਹੁਤ ਵੱਡੇ ਇੱਕ ਆਰਕੀਟੈਕਟ ਸੀ, ਇੱਕ ਬਿਲਡਰ ਸੀ, ਬਹੁਤ ਵੱਡਾ ਨਾਮ ਸੀ ਉਹਨਾਂ ਦਾ। ਆ ਤੁਸੀਂ ਸਾਰੇ ਦੇਖ ਰਹੇ ਹੋ, ਬਹੁਤ ਪੁਰਾਣੀ ਮੋਨੂਮੈਂਟਸ ਹੈ। ਕਿਉਂਕਿ ਸੈਯਦ ਖਾਨ ਉਸਤਾਦ ਸੀ ਤੇ ਖਵਾਜਾ ਖਾਨ ਉਹਦਾ ਸ਼ਾਗਿਰਦ ਹੋਇਆ। 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਇੱਥੇ ਸਾਰੇ ਜਿੱਥੇ ਵੀ ਜੋ ਇਮਾਰਤਾਂ ਸੀ, ਜੋ ਜਿਨ੍ਹਾਂ ਨੇ ਜ਼ੁਲਮ ਕੀਤਾ, ਉਹਨਾਂ ਨੂੰ ਤਹਿਸ-ਨਹਿਸ ਕਰਤਾ। ਤੇ ਉਸ ਤੋਂ ਬਾਅਦ ਬਟ ਇਹ ਜਿਹੜੇ ਮਕਬਰੇ ਨੇ ਅੱਜ ਤੱਕ ਸਹੀ ਸਲਾਮਤ ਨੇ। ਮੇਰਾ ਖਿਆਲ ਹੈ ਜੇ ਇਹਨਾਂ ਦੀ ਆਯੂ ਦੀ ਗੱਲ ਕਰੀਏ, ਉਮਰ ਦੀ ਗੱਲ ਕਰੀਏ, ਮੋਰ ਦੈਨ 1000 ਈਅਰਸ, 1000 ਸਾਲ ਤੋਂ ਵੱਧ ਪੁਰਾਣੇ ਨੇ। ਤੇ ਐਕਚੁਅਲੀ ਕਿ ਇਹਨਾਂ ਦੀ ਸ਼ਰਤ ਲੱਗੀ ਸੀ ਇੱਕ ਉਸਤਾਦ ਤੇ ਸ਼ਾਗਿਰਦ ਦੀ ਆਪਸ ਦੇ ਵਿੱਚ, ਕਿ ਕਿਸ ਤਰੀਕੇ ਦੇ ਨਾਲ ਇਹ ਵਧੀਆ ਕੋਈ ਭਵਨ ਨਿਰਮਾਣ ਦੀ ਕਾਰੀਗਰੀ, ਭਵਨ ਨਿਰਮਾਣ ਕਿੱਦਾਂ ਹੋਣਾ, ਕਿਵੇਂ ਕੀਤਾ ਜਾਵੇ। ਮੈਂ ਸਾਰਾ ਤੁਹਾਨੂੰ ਦਿਖਾਉਣਾ, ਘੁੰਮ ਕੇ ਤੁਸੀਂ ਦੇਖ ਸਕਦੇ ਹੋ। ਤਾਂ ਉਦੋਂ ਅਕਸਰ ਇੱਦਾਂ ਸ਼ਰਤਾਂ ਲੱਗਦੀਆਂ ਰਹਿੰਦੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਜੋ ਚੰਗਾ ਭਵਨ ਨਿਰਮਾਣ ਹੈ। ਉਸਤਾਦ ਆਪਣੇ ਸ਼ਾਗਿਰਦਾਂ ਦੀ ਪ੍ਰੀਖਿਆ ਵੀ ਲੈਂਦੇ ਹੁੰਦੇ ਸੀ ਕਿ ਮੈਂ ਤੈਨੂੰ ਇਹ ਕੁਝ ਸਿਖਾਇਆ, ਭਾਵੇਂ ਉਹ ਕਵਿਤਾਵਾਂ ਹੋਣ, ਭਾਵੇਂ ਉਹ ਸੰਗੀਤ ਹੋਵੇ, ਮੂਸੀਕੀ ਹੋਵੇ, ਭਾਵੇਂ ਕੁਝ ਵੀ ਹੋਵੇ, ਤੇ ਉਹ ਕਿਸ ਤਰੀਕੇ ਨਾਲ ਤੁਹਾਨੂੰ ਸਿਖਾਇਆ ਗਿਆ। ਸੋ ਉਹਦੇ ਬਾਰੇ ਦੱਸਿਆ ਜਾਂਦਾ ਸੀ। ਤੇ ਐਦਾਂ ਹੀ ਜੇ ਕੋਈ ਸਿਆਣਾ ਕਾਰੀਗਰ ਹੁੰਦਾ ਸੀ, ਕੋਈ ਬਿਲਡਰ, ਕੋਈ ਆਰਕੀਟੈਕਟ, ਉਹਨਾਂ ਬਾਰੇ ਦੱਸਿਆ ਜਾਂਦਾ ਸੀ। ਸੋ ਇਹ ਉਸਤਾਦ ਦਾ ਮਕਬਰਾ ਉਸਤਾਦ ਨੇ ਬਣਾਇਆ, ਬੜੇ ਸੀਮਤ ਸਮੇਂ ਦੇ ਵਿੱਚ ਤਿਆਰ ਹੋਇਆ। ਐਦਾਂ ਹੀ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਹੈਗਾ ਸ਼ਾਗਿਰਦ ਦਾ ਮਕਬਰਾ। ਇਹ ਉਸਤਾਦ ਸੈਯਦ ਖਾਨ ਦਾ ਮਕਬਰਾ। ਇਹਨਾਂ ਦੇ ਸ਼ਾਗਿਰਦ ਸੀ ਉਸਤਾਦ ਖਵਾਜਾ ਖਾਨ। ਇਹ ਦੋਨਾਂ ਨੇ
ਇੱਕ ਦੂਜੇ ਦੇ ਸ਼ਾਗਿਰਦ ਨੇ ਉਸਤਾਦ ਤੋਂ ਸਿੱਖ ਕੇ ਇਸ ਜੋ ਭਵਨ ਨਿਰਮਾਣ ਕਲਾ ਹੈ, ਕਾਰੀਗਰੀ ਦਾ ਇੱਕ ਮੁਜੱਸਮਾ ਹੈ, ਇੱਕ ਇਤਿਹਾਸਕ ਜਾਂ ਕਹਿ ਦੋ ਕਿ ਉਸ ਸਮੇਂ ਦੀ ਮੁਗਲ ਕਾਲ ਦੀ ਜੋ ਧਰੋਹਰ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਹਜੇ ਕਿ ਬਿਲਕੁਲ ਸੰਭਾਲ ਨਹੀਂ ਹੋਈ ਹੈਗੀ। ਉਹ ਤੁਸੀਂ ਦੇਖ ਰਹੇ ਹੋ ਝਾੜੀਆਂ ਉੱਗੀਆਂ ਹੋਈਆਂ। ਇਹ ਸਾਡੇ ਪਤਾ ਨਹੀਂ ਹਾਲਾਤ ਕਹਿ ਦਈਏ ਜਾਂ ਸਾਡੀਆਂ ਸਰਕਾਰਾਂ ਦੇ ਕਹਿ ਦਈਏ, ਕਿਉਂਕਿ ਇੱਥੇ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਲੋੜ ਹੈ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ। ਸਰਹੰਦ ਆਪਣੀ ਬੁੱਕਲ ਦੇ ਵਿੱਚ ਬਹੁਤ ਸਾਰਾ ਇਤਿਹਾਸ, ਬਹੁਤ ਸਾਰਾ ਭਵਨ ਨਿਰਮਾਣ ਕਲਾ, ਬਹੁਤ ਕੁਝ ਸੰਭਾਲੀ ਬੈਠਾ ਹੈ, ਪਰ ਪਤਾ ਨਹੀਂ ਕੀ ਗੱਲ ਹੈ, ਅਸੀਂ ਇਤਿਹਾਸ ਤੋਂ ਜਾਂ ਕਹਿ ਦਈਏ ਧਰੋਹਰ ਤੋਂ ਜਾਂ ਕਹਿ ਦਈਏ, ਭਾਵੇਂ ਜ਼ਰੂਰੀ ਨਹੀਂ ਇਤਿਹਾਸ ਆਪਣਾ ਸਿਰਜਿਆ ਹੁੰਦਾ, ਇਤਿਹਾਸ ਗੈਰਾਂ ਦਾ ਵੀ ਸਿਰਜਿਆ ਹੁੰਦਾ। ਇਤਿਹਾਸ ਹੁੰਦਾ। ਜੋ ਅੱਜ ਗੱਲ ਵਾਪਰਦੀ ਆ ਉਹ ਕੱਲ ਨੂੰ ਇਤਿਹਾਸ ਬਣ ਜਾਣਾ। ਜੋ ਪਰਸੋਂ ਗੱਲ ਵਾਪਰੀ ਸੀ ਉਹ ਅੱਜ ਇਤਿਹਾਸ ਹੈ। ਸੋ ਕੁਝ ਵੀ ਹੋਵੇ, ਭਾਵੇਂ ਇਹ ਬਿਲਡਿੰਗਸ ਨੇ, ਭਾਵੇਂ ਕੁਝ ਵੀ ਸੰਗੀਤ ਹੈ, ਭਾਵੇਂ ਕੁਝ ਵੀ ਚੀਜ਼ ਇੱਕ ਵਿਰਾਸਤ ਸੰਭਾਲ ਕੇ ਰੱਖਣੀ ਹੋਣੀ ਚਾਹੀਦੀ ਹੈ। ਇੱਥੋਂ ਸਾਨੂੰ ਬਹੁਤ ਕੁਝ ਪਤਾ ਲੱਗਦਾ। ਇਹ ਸਾਰੇ ਪਾਸੇ ਦੇਖੋ, ਇਹਦੇ ਵਿੱਚ ਵੱਖ-ਵੱਖ ਤਰੀਕੇ ਦੇ ਸਰਹੰਦ ਦੇ ਵਿੱਚ ਬਹੁਤ ਕੁਝ। ਭਗਤ ਸਦਨਾ ਜੀ ਦੀ ਮਸੀਤ ਹੈ, ਬਹੁਤ ਵੱਡੀ ਮਸੀਤ ਦੇਖਣ ਵਾਲੀ ਹੈ। ਦੀਵਾਨ ਟੋਡਰਮਲ ਜੀ ਦੀ ਹਵੇਲੀ ਹੈ, ਇਹ ਉਸ ਤੋਂ ਵੀ ਪੁਰਾਣੀਆਂ ਨੇ। ਉਸਤਾਦ ਸ਼ਾਗਿਰਦ ਦਾ ਮਕਬਰਾ, ਸਭ ਤੋਂ ਵੱਡੀ ਗੱਲ ਤੁਸੀਂ ਦੇਖ ਸਕਦੇ ਹੋ, ਇਹਨਾਂ ਦੇ ਵਿੱਚ ਨਿਰਾ ਚੂਨਾ ਲੱਗਿਆ, ਕੋਈ ਲਪਾਈ ਨਹੀਂ, ਕੋਈ ਪਲਸਤਰ ਨਹੀਂ ਹੋਇਆ ਇਸ ਦੇ ਵਿੱਚ। ਤੇ ਕਿਤੇ ਵੀ ਇਸ ਦੇ ਵਿੱਚ ਸਰੀਆ ਨਹੀਂ ਯੂਜ਼ ਕੀਤਾ ਗਿਆ, ਕਿਤੇ ਲੋਹਾ ਨਹੀਂ ਯੂਜ਼ ਕੀਤਾ ਗਿਆ। ਮੈਂ ਅੰਦਰੋਂ ਗੁਜ਼ਾਰਿਸ਼ ਕਰਾਂਗਾ ਅੰਦਰੋਂ ਆ ਕੇ ਦੇਖਿਆ ਜਾਵੇ। ਲਾਈਟਸ ਦਾ ਥੋੜਾ, ਕਿਉਂਕਿ ਹਨੇਰਾ ਹੋ ਚੁੱਕਿਆ, ਲਾਈਟ ਦਾ ਪ੍ਰਬੰਧ। ਤੇ ਇਹ ਦੇਖੋ ਤੁਸੀਂ ਜੋ ਦੇਖ ਰਹੇ ਹੋ, ਇਹ ਬਿਲਕੁਲ ਇੱਟਾਂ ਨੀਚੇ ਇੱਟਾਂ ਜੋੜ ਕੇ ਡੋਮ ਬਣਾਇਆ ਹੋਇਆ, ਗੁੰਬਦ ਬਣਾਇਆ ਗਿਆ। ਇਸ ਸਮੇਂ ਲਗਭਗ ਅਸੀਂ ਤੀਜੀ ਜਾਂ ਚੌਥੀ ਸਮਝ ਲਓ ਕਿ ਸਟੋਰੀ ਦੇ ਵਿੱਚ ਉੱਪਰ ਫਿਰ ਰਹੇ ਹਾਂ। ਏਡੀ ਉੱਚੀ ਇਮਾਰਤ ਦੇ ਵਿੱਚ ਇਹ ਬਿਲਕੁਲ ਡੋਮ ਹੈ ਤੇ ਕਿੰਨੇ 100 ਸਾਲ ਪੁਰਾਣਾ, ਮੈਂ ਕਹਾਂ ਕਿ 1000 ਸਾਲ ਦੇ ਲਗਭਗ ਵੀ ਪੁਰਾਣਾ ਹੋਏਗਾ। ਤੇ ਇਹ ਦੇਖੋ ਬਰੀਕ ਇੱਟਾਂ, ਜਿਹਨੂੰ ਸਰਹੰਦੀ ਇੱਟ ਕਹਿੰਦੇ ਨੇ, ਬਹੁਤ ਉਚਾਈ ਤੇ ਅਸੀਂ ਚੜ੍ਹ ਕੇ ਆਏ। ਪੌੜੀਆਂ ਦੇ ਸਟੈਪ ਬਹੁਤ ਉੱਚੇ ਸੀ ਤੇ ਇਸ ਦੇ ਵਿੱਚ ਕਿਤੇ ਲੈਂਟਰ ਦੇ ਵਿੱਚ ਕੋਈ ਲੈਂਟਰ ਨਹੀਂ, ਡਾਟ ਹੈ। ਡਾਟ ਕੀ ਹੁੰਦੀ ਹੈ? ਇੱਟਾਂ ਇੱਕ ਦੂਜੇ ਦੇ ਨਾਲ ਫਸ ਕੇ ਉੱਪਰ ਦੇਖੋ ਕਿੰਨੀ ਸਫਾਈ ਹੈ ਇੱਟਾਂ ਦੀ, ਕਿਉਂਕਿ ਹਨੇਰਾ ਹੋ ਚੁੱਕਿਆ, ਦਿਖਾਈ ਨਹੀਂ ਦੇ ਰਿਹਾ ਇਹਦੇ ਹਨੇਰੇ ਕਰਕੇ। ਇੰਨੀ ਸਫਾਈ ਦੀ ਮੀਨਾਕਾਰੀ ਦੀ ਹੈ। ਬਰੀਕ ਇੱਟਾਂ ਇੱਕ ਦੂਜੇ ਦੇ ਵਿੱਚ ਫਸੀਆਂ ਹੋਈਆਂ, ਉਹ ਇਸ ਤਰੀਕੇ ਦੇ ਨਾਲ ਫਸੀਆਂ ਹੋਈਆਂ ਕਿ ਉਹ ਬਿਲਕੁਲ ਵੀ ਸਦੀਆਂ ਤੱਕ ਰਹਿ ਸਕਦੀਆਂ। ਉਹਦੇ ਵਿੱਚੋਂ ਕੋਈ ਵੀ ਇੱਟ ਨਹੀਂ ਵਿੱਚੋਂ ਅਜੇ ਤੱਕ ਖਿਸਕੀ ਹੋਈ, ਇੰਨੇ ਸਾਲ ਬੀਤਣ ਦੇ ਬਾਵਜੂਦ ਵੀ, ਕਿਉਂਕਿ ਨਾ ਤਾਂ ਇਸ ਦੀ ਕੋਈ ਸੇਵਾ ਸੰਭਾਲ ਹੋ ਰਹੀ ਹੈ, ਨਾ ਇੱਥੇ ਕੁਝ ਸਰਕਾਰ ਦੁਆਰਾ, ਭਾਵੇਂ ਕਿ ਸਰਕਾਰ ਨੇ ਇਸ ਨੂੰ ਟੇਕ ਓਵਰ ਕਰ ਲਿਆ ਹੋਇਆ, ਜੋ ਕਿ ਆਰਕੀਓਲੋਜੀਕਲ ਡਿਪਾਰਟਮੈਂਟਸ ਹੈ। ਉਸ ਤੋਂ ਬਾਅਦ ਹੈਰੀਟੇਜ ਵੱਲੋਂ, ਜੇਕਰ ਇਸ ਨੂੰ ਹੈਰੀਟੇਜ ਡਿਪਾਰਟਮੈਂਟ ਤਰੀਕੇ ਨਾਲ ਇਹਦੀ ਸੰਭਾਲ ਕਰੇ ਤਾਂ ਬਹੁਤ ਕੁਝ ਇੱਥੋਂ ਰੈਵਨਿਊ ਜਨਰੇਟ ਹੋ ਸਕਦਾ ਹੈ, ਇੱਥੋਂ ਟੂਰਿਜ਼ਮ ਇਹਨੂੰ ਡਿਵੈਲਪ ਹੋ ਸਕਦਾ ਹੈ। ਬਹੁਤ ਸਾਰੇ ਟੂਰਿਸਟ ਇੱਥੇ ਆ ਕੇ ਇਹਨਾਂ ਨੂੰ ਦੇਖ ਸਕਦੇ ਨੇ। ਸਰਹੰਦ ਦੇ ਵਿੱਚ ਬਹੁਤ ਸਾਰੀਆਂ ਇਮਾਰਤਾਂ, ਬਹੁਤ ਸਾਰੀ ਇਹੋ ਜਿਹੀ ਧਰੋਹਰ ਪਈ ਹੈ ਜਿਸ ਨੂੰ ਆ ਕੇ ਅਸੀਂ ਇੱਥੇ ਦੇਖ ਸਕਦੇ ਹਾਂ। ਕਿਉਂਕਿ ਅੱਜ ਕੱਲ੍ਹ ਅਸੀਂ ਨਵੀਂ ਚੀਜ਼ਾਂ ਬਣਾਉਂਦੇ ਹਾਂ, ਕੋਈ ਬਿਲਡਿੰਗਸ ਬਣਾ ਰਹੇ ਹਾਂ, ਕੋਈ ਫਲਾਈਓਵਰ ਬਣ ਰਹੇ ਨੇ, ਪਰ ਉਹਨਾਂ ਦੀ ਕੋਈ ਮਿਆਦ ਨਹੀਂ, ਕੋਈ ਬੁਨਿਆਦ ਨਹੀਂ। ਅਕਸਰ ਉਹਨਾਂ ਦੀ ਇੱਕ ਐਕਸਪਾਇਰੀ ਡੇਟ ਇੱਕ ਮਿੱਥੀ ਜਾਂਦੀ ਹੈ ਕਿ 10 ਸਾਲ 20 ਸਾਲ 25 ਸਾਲ ਜਾਂ 50 ਸਾਲ, ਉਸ ਤੋਂ ਬਾਅਦ ਜ਼ਰਜ਼ਰਾ ਹੋ ਜਾਂਦੀਆਂ। ਉਹਨਾਂ ਨੂੰ ਕਿਸੇ ਨੂੰ ਲੱਕੜ ਨੂੰ ਘੁਣ ਖਾ ਜਾਂਦਾ, ਲੋਹੇ ਨੂੰ ਜੰਗਾਲ ਖਾ ਜਾਂਦਾ, ਇੱਟਾਂ ਵਗੈਰਾ ਸੀਮਿੰਟ ਵਗੈਰਾ ਸਾਰਾ ਛਲਣੀ ਹੋ ਕੇ ਗਿਰਨ ਲੱਗ ਜਾਂਦਾ। ਕਿਤੇ ਸੀਮਿੰਟ ਨਹੀਂ ਲੱਗਿਆ, ਕਿਤੇ ਲੋਹਾ ਨਹੀਂ ਲੱਗਿਆ, ਕੇਵਲ ਬਰੀਕ ਸਰਹੰਦੀ ਇੱਟਾਂ ਤੇ ਚੂਨਾ। ਅਕਸਰ ਮੁਹਾਵਰਾ ਹੈ ਨਾ ਕਿ ਚੂਨੇ ਚ ਇੱਟ, ਬਸ ਉਹ ਆਹੀ ਚੂਨੇ ਚ ਇੱਟ ਹੈ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਗੱਲ ਇੰਨੀ ਮਜ਼ਬੂਤ ਹੈ ਕਿ ਚੂਨੇ ਚ ਇੱਟ ਹੈ। ਬਸ ਦੇਖ ਲਓ ਚੂਨੇ ਚ ਇੱਟ ਕਿਵੇਂ ਖੜੀ ਹੈ। ਲੈਂਟਰ, ਡੋਮ, ਇਸ ਤਰੀਕੇ ਦੇ ਨਾਲ ਇੱਟਾਂ ਦੇਖੋ ਬਰੀਕ, ਮੈਂ ਕਹਾਂਗਾ ਨੇੜੇ ਕਰਕੇ ਦਿਖਾਉਣ, ਬਿਲਕੁਲ ਬਰੀਕੀ ਦੇ ਨਾਲ ਇਹ ਐਦਾਂ ਹੀ ਖੜੀਆਂ, ਇੱਕ ਵੀ ਇੱਟ ਨਹੀਂ ਖਿਸਕੀ। ਇਹਦੇ ਵਿੱਚ ਪਾਣੀ ਦਾ, ਧੁੱਪ ਦਾ ਬਹੁਤ ਕੁਛ ਇਹਦੇ ਹੁੰਦਾ, ਪਰ ਕੋਈ ਅਸਰ ਨਹੀਂ, ਕੋਈ ਸੰਭਾਲ ਨਹੀਂ। ਇਸ ਦੇ ਬਾਵਜੂਦ ਵੀ ਉੱਦਾਂ ਹੀ ਖੜੀ ਹੈ। ਇਹ ਉਸਤਾਦ ਦਾ ਮਕਬਰਾ ਹੈ, ਬਰਾਬਰ ਹੀ ਇਸ ਦੇ ਸ਼ਾਗਿਰਦ ਦਾ ਮਕਬਰਾ ਸੀ ਜਿਹੜਾ ਤੁਹਾਨੂੰ ਪਹਿਲਾਂ ਦੂਰੋਂ ਦਿਖਾਇਆ। ਉਸਤਾਦ ਸੈਯਦ ਖਾਨ ਤੇ ਸ਼ਾਗਿਰਦ ਖਵਾਜਾ ਖਾਨ ਬੜੇ ਵੱਡੇ ਬਿਲਡਰ ਹੋਏ ਨੇ, ਬਹੁਤ ਵੱਡੇ ਆਰਕੀਟੈਕਟ ਹੋਏ ਨੇ। ਇਹ ਉਹਨਾਂ ਦਾ ਇੱਕ ਜੋ ਆਰਕੀਟੈਕਟਸ, ਉਹਨਾਂ ਦਾ ਨਮੂਨਾ ਉਹਨਾਂ ਨੇ ਪੇਸ਼ ਕੀਤਾ ਸੀ। ਉਸਤਾਦ ਨੇ ਆਪਣਾ ਬਣਾਉਣਾ ਸ਼ੁਰੂ ਕੀਤਾ ਤੇ ਸ਼ਾਗਿਰਦ ਨੇ ਆਪਣਾ ਬਣਾਉਣਾ ਸ਼ੁਰੂ ਕੀਤਾ। ਦੋਵੇਂ ਨੇੜੇ ਨੇ, ਹਾਰਡਲੀ ਤਕਰੀਬਨ 200-250 ਮੀਟਰ ਦੀ ਵਿੱਥ ਹੋਏਗੀ ਆਪਸ ਦੇ ਵਿੱਚ ਇਹਨਾਂ ਦਾ। ਤੇ ਬਹੁਤ ਕਮਾਲ ਦੀ ਚੀਜ਼ ਪੇਸ਼ ਕੀਤੀ ਹੈ ਜੀ। ਫਤਿਹਗੜ੍ਹ ਸਾਹਿਬ ਗੁਰਦੁਆਰਾ, ਜਿਹੜਾ ਗੁਰਦੁਆਰਾ ਮੇਨ ਗੁਰਦੁਆਰਾ ਸਾਹਿਬ ਹੈ, ਉਸ ਤੋਂ ਲਹਿੰਦੇ ਵਾਲੇ ਪਾਸੇ ਕਿਲੋਮੀਟਰ ਦੀ ਵਿੱਥ ਤੇ ਪਿੰਡ ਤਲਾਣੀਆਂ ਦੀ
ਜ਼ਮੀਨ ਹੈ ਉਸ ਦੇ ਉੱਪਰ ਹੈ ਤੇ ਇਸ ਦੇ ਬਿਲਕੁਲ ਦੂਜੇ ਪਾਸੇ ਪਿੰਡ ਡੇਰਾ ਮੀਰ ਮੀਰਾ ਹੈ। ਇਹ ਵੀ ਮੁਗਲਾਂ ਦਾ ਮੁਸਲਮਾਨ ਸਮੇਂ ਦਾ ਪਿੰਡ ਸੀ ਡੇਰਾ ਮੀਰ ਮੀਰਾ। ਤੁਹਾਡੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੋਏਗਾ ਕਿ ਡੇਰਾ ਮੀਰ ਮੀਰਾ ਸੱਜੇ ਹੱਥ ਤਲਾਣੀ ਹੈ। ਤੇ ਇਸ ਤੋਂ ਥੋੜੀ ਦੂਰ 5 ਕਿਲੋਮੀਟਰ ਦੂਰ ਬਸੀ ਪਠਾਣਾ ਦਾ ਪਿੰਡ ਸੀ, ਤਾਂ ਕਰਕੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿਉਂਕਿ ਸਰਹੰਦ ਬੜੀ ਦੂਰ ਤੱਕ ਅਕਸਰ ਕਹਿੰਦੇ ਨੇ ਕਿ 12 ਕੋਹ ਤੱਕ ਵਸਿਆ ਹੋਇਆ ਸੀ। ਤੇ ਇੱਥੋਂ ਜੇ ਲਗਭਗ 250 ਕਿਲੋਮੀਟਰ ਇੱਥੋਂ ਦਿੱਲੀ ਪੈ ਜਾਂਦਾ ਹੈ, 250 ਕਿਲੋਮੀਟਰ ਹੀ ਲਾਹੌਰ ਹੈ। ਇੱਥੇ ਮੁਗਲੀਅਤ ਸਲਤਨਤ ਦੇ ਜੋ ਬਾਦਸ਼ਾਹ ਸੀ ਜਹਾਂਗੀਰ, ਉਹਨਾਂ ਨੇ ਠਹਿਰ ਬਣਾਈ ਹੋਈ ਸੀ। ਆਮ ਖਾਸ ਬਾਗ ਹੈ, ਆਮ ਖਾਸ ਬਾਗ ਦੇ ਵਿੱਚ ਠਹਿਰਦੇ ਸੀ। ਹੋਰ ਬਹੁਤ ਸਾਰੇ ਮਕਬਰੇ ਉਸ ਸਮੇਂ ਦੇ ਹੈਗੇ ਨੇ। ਸਰਹੰਦ ਜ਼ਿਆਦਾਤਰ ਜਿਹੜੀ ਵਸੋਂ ਸੀ ਮੁਸਲਿਮ ਵਸੋਂ ਸੀ, ਜਿਵੇਂ ਕਿ ਪਠਾਨ ਬਸੀ ਪਿੰਡ ਹੈ ਸੀ ਸ਼ਹਿਰ, ਇੱਕ ਸਰਹੰਦ ਦਾ ਮਹੱਲਾ ਹੀ ਸੀ। ਅੱਜ ਉਹ ਅਲੱਗ ਸ਼ਹਿਰ ਹੈ, ਅਲੱਗ ਸਬ ਡਿਵੀਜ਼ਨ ਹੈ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਹੈ ਤੇ ਉਹਦਾ ਨਾਮ ਬਸੀ ਪਠਾਣਾ ਹੈ, ਪਠਾਣਾ ਦੇ ਨਾਂ ਤੇ ਵਸਿਆ ਹੋਇਆ ਸੀ। ਇਸ ਗੱਲ ਕਰਕੇ ਦੂਰ ਖੇਤਾਂ ਦੇ ਵਿੱਚ ਹੈ ਤੇ ਬਹੁਤ ਜਗ੍ਹਾ ਦੇ ਵਿੱਚ ਫੈਲਿਆ ਹੋਇਆ, ਇੱਕ ਦੇਖਣ ਵਾਲੀ ਚੀਜ਼ ਹੈ। ਸੋ ਅਸੀਂ ਗੁਜ਼ਾਰਿਸ਼ ਕਰਦੇ ਹਾਂ ਸਰਕਾਰਾਂ ਨੂੰ, ਡਿਪਾਰਟਮੈਂਟਸ ਨੂੰ ਤੇ ਅਲੱਗ-ਅਲੱਗ ਜੋ ਵਿਰਾਸਤ ਨੂੰ ਪਿਆਰ ਕਰਦੇ ਨੇ, ਧਰੋਹਰ ਨੂੰ ਪਿਆਰ ਕਰਦੇ ਨੇ, ਭਵਨ ਨਿਰਮਾਣ ਕਲਾ ਨੂੰ ਪਿਆਰ ਕਰਦੇ ਨੇ, ਉਹ ਆ ਕੇ ਇਹ ਜ਼ਰਜ਼ਰਾ ਹੁੰਦੀਆਂ ਇਮਾਰਤਾਂ, ਇਹ ਖੰਡਰਾਤ ਹੁੰਦੇ ਜਾ ਰਹੇ ਇਹ ਜੋ ਇਮਾਰਤਾਂ ਖੰਡਰ ਹੁੰਦੀਆਂ ਜਾ ਰਹੀਆਂ ਨੇ, ਐਸੇ ਖੰਡਰਾਤ ਨੂੰ ਸੰਭਾਲਣ। ਅੱਜ ਵੀ ਹਜੇ ਬਹੁਤ ਕੁਝ ਸੰਭਾਲਿਆ ਜਾ ਸਕਦਾ ਹੈ। ਇਸ ਨੂੰ ਚੂਨੇ ਦੇ ਨਾਲ, ਤਰੀਕੇ ਦੇ ਨਾਲ, ਇਸ ਦੀ ਕਾਰੀਗਰੀ ਨੂੰ ਸੰਭਾਲ ਕੇ ਇੱਥੋਂ ਰੈਵਨਿਊ ਕਿੱਦਾਂ ਜਨਰੇਟ ਹੋ ਸਕਦਾ। ਵੱਖ-ਵੱਖ ਜੋ ਕਿ ਵੀਡੀਓਗ੍ਰਾਫੀ ਹੈ, ਫਿਲਮਸ ਵਗੈਰਾ ਜਾਂ ਹੋਰ ਪੋਲੀਵੁੱਡ ਜਾਂ ਹਾਲੀਵੁੱਡ ਵੀ ਉਹਨਾਂ ਨੇ ਇੱਥੇ ਆ ਕੇ ਫਿਲਮਸ ਬਣਾਉਣੀਆਂ ਹੋਣ ਤਾਂ, ਕਿਉਂਕਿ ਕਿਤੇ ਨਹੀਂ ਮਿਲਦੀਆਂ ਅੱਜ ਪੰਜਾਬ ਦੇ ਵਿੱਚ, ਤੁਹਾਨੂੰ ਕਿਧਰੇ ਵੀ ਦਿਖਾਈ ਨਹੀਂ ਦੇਣਗੀਆਂ। ਇਹ ਇੱਥੋਂ ਲਿਆ ਕੇ ਤੁਸੀਂ ਦੇਖ ਸਕਦੇ ਹੋ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਫਿਲਮ ਬਣਾ ਕੇ ਉਹਨਾਂ ਤੋਂ ਰੈਵਨਿਊ ਕਲੈਕਟ ਕੀਤਾ ਜਾ ਸਕਦਾ। ਇਹਦੇ ਨਾਲ ਟੂਰਿਜ਼ਮ ਡਿਵੈਲਪ ਹੋਏਗਾ। ਟੂਰਿਜ਼ਮ ਡਿਵੈਲਪ ਹੋਣ ਦੇ ਨਾਲ ਦੂਰ ਤੱਕ ਜਿੱਥੇ ਰੁਜ਼ਗਾਰ ਮਿਲੇਗਾ, ਉੱਥੇ ਇੱਕ ਬੜਾ ਵਧੀਆ ਅਸੀਂ ਚੀਜ਼ਾਂ ਸੰਭਾਲ ਕੇ ਰੱਖ ਸਕਦੇ ਹਾਂ। ਸੋ ਜ਼ਰੂਰਤ ਹੈ ਇਸ ਖੰਡਰਾਤ ਹੋ ਚੁੱਕੇ ਇਹਨਾਂ ਭਵਨਾਂ ਨੂੰ, ਇਹਨਾਂ ਇਮਾਰਤਾਂ ਨੂੰ ਸੰਭਾਲਿਆ ਜਾਵੇ। ਸਰਕਾਰਾਂ ਇਸ ਪਾਸੇ ਧਿਆਨ ਦੇਣ। ਬਾਕਮਾਲ ਹੈ ਜੀ। ਬਾਕੀ ਅੱਗੇ ਜਿੱਦਾਂ ਬਾਕੀ ਫਤਿਹਗੜ੍ਹ ਸਾਹਿਬ, ਸਰਹੰਦ ਦੀ ਇਸ ਧਰਤੀ ਤੇ ਹੋਰ ਬਹੁਤ ਸਾਰੀਆਂ ਅਲੱਗ-ਅਲੱਗ ਹੈਗੀਆਂ ਨੇ, ਉਹ ਤੁਹਾਨੂੰ ਦਿਖਾਵਾਂਗੇ। ਜਿਉਂਦੇ ਵਸਦੇ ਰਹੋ, ਰੱਬ ਰੱਖਾ। ਕਿ ਜਿਸ ਤਰ੍ਹਾਂ ਆਪਾਂ ਐਡਵੋਕੇਟ ਸਾਹਿਬ ਗੱਲਬਾਤ ਕਰ ਰਹੇ ਸੀਗੇ, ਕਿਉਂਕਿ ਜਿਸ ਤਰ੍ਹਾਂ ਗੱਲ ਫਿਰ ਸਰਕਾਰਾਂ ਤੇ ਆ ਜਾਂਦੀ। ਤੁਸੀਂ ਗੱਲ ਕੀਤੀ ਸੀ ਸਿੱਖ ਇਤਿਹਾਸ ਦੀ, ਚਾਹੇ ਕਿਸੇ ਦਾ ਵੀ ਇਤਿਹਾਸ ਲਾ ਲਈਏ, ਤਾਂ ਕਿਉਂਕਿ ਲੋੜ ਹੈ। ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਤਾਂ ਪੰਜਾਬ ਦੇ ਵਿੱਚ ਹਰੇਕ ਧਰਮ ਦੇ ਲੋਕ ਰਹਿੰਦੇ ਨੇ, ਕਿਉਂਕਿ ਹਰੇਕ ਵਾਰ ਸਰਕਾਰਾਂ ਜਿਹੜੀਆਂ ਨੇ ਸਾਂਝੀਆਂ ਬਣਦੀਆਂ ਨੇ, ਤਾਂ ਆਪਾਂ ਨੂੰ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਜਿਹੜਾ ਹਰੇਕ ਧਰਮ ਦੀ ਜਿਹੜੀ ਆ ਉਹ ਜਿਹੜਾ ਪਹਿਲ ਦੇ ਉੱਪਰ ਜਿਹੜਾ ਕੰਮ ਕਰਨਾ ਚਾਹੀਦਾ ਨੇ, ਸਤਿਕਾਰ ਕਰਨਾ ਚਾਹੀਦਾ ਵਾ। ਕਿਉਂਕਿ ਵੱਡੀਆਂ ਇਮਾਰਤਾਂ ਨੇ, ਪੁਰਾਤਨ ਇਤਿਹਾਸ ਜਿਹੜੇ ਗਾਇਬ ਹੁੰਦੇ ਜਾ ਰਹੇ ਨੇ। ਆਪਾਂ ਜੇਕਰ ਇਸ ਤਰ੍ਹਾਂ ਦੇ ਆਪਣੇ ਇਤਿਹਾਸ ਤੋਂ ਵਾਂਝੇ ਰਹਿ ਜਾਵਾਂਗੇ, ਜਿਹੜੀ ਆਉਣ ਵਾਲੀ ਆਪਣੀ ਪੀੜ੍ਹੀ ਹੈ ਉਹਨਾਂ ਨੂੰ ਆਪਾਂ ਮਤਲਬ ਕਿ ਕੀ ਛੱਡ ਕੇ ਜਾਵਾਂਗੇ। ਇਹ ਲੱਗਦਾ ਨਹੀਂ ਤੁਹਾਨੂੰ ਕਿ ਸਰਕਾਰ ਨੂੰ ਵੱਡੇ ਪੱਧਰ ਦੇ ਉੱਪਰ ਜਿਹੜਾ ਕੰਮ ਕਰਨੇ ਚਾਹੀਦੇ ਨੇ? ਭਾਜੀ ਬਹੁਤ ਜ਼ਰੂਰੀ ਹੈ। ਦੇਖੋ ਅਸੀਂ ਅੱਜ ਕੱਲ੍ਹ ਨਾ ਇਸ ਚੀਜ਼ਾਂ ਉੱਪਰ ਸਾਡੇ ਵਿੱਚ ਨਾ ਇੱਕ ਜਿਹੜਾ ਵਖਰੇਵਾਂ ਆ ਗਿਆ ਕਿ ਮੁਗਲ ਕਾਲ ਦਾ, ਅਸੀਂ ਇਹ ਵੀ ਸਾਡੇ ਵਿੱਚ ਨਾ ਇੱਕ ਜਿਹੜੀ ਮਤਸਵੀਪੁਣਾ ਆ ਗਿਆ ਨਾ, ਉਹ ਦੂਰ ਕਰਨ ਦੀ ਜ਼ਰੂਰਤ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਿਆ ਜਾ ਰਿਹਾ, ਜਾਂ ਹੋਰ ਕੁਝ ਜਿੱਥੇ ਔਰੰਗਜ਼ੇਬ, ਠੀਕ ਹੈ, ਉਹਨਾਂ ਨੇ ਇੱਥੇ ਰਾਜ ਕੀਤਾ, ਜੋ ਉਹਨਾਂ ਦੇ ਕਰਤੂਤਾਂ ਸੀ, ਕਾਰਨਾਮੇ ਸੀ, ਉਹ ਵੀ ਅਸੀਂ ਲੋਕਾਂ ਅੱਗੇ ਦੱਸਣੀਆਂ ਨੇ। ਪਰ ਜੇਕਰ ਉਹਨਾਂ ਦਾ ਕੋਈ ਇੱਥੇ ਮਸਜਿਦ ਹੈ, ਮਸੀਤ ਹੈ, ਕੋਈ ਟੌਂਬ ਹੈ, ਕੋਈ ਮਕਬਰਾ ਹੈ, ਤਾਂ ਅਸੀਂ ਉਹ ਸਾਡੇ ਧਰੋਹਰ ਤਾਂ ਹੈ ਨਾ, ਭਾਵੇਂ ਉਹ ਕਿਸੇ ਦੀ ਵੀ ਹੈ। ਭਾਵੇਂ ਇੱਥੇ ਗੱਲ ਜ਼ਾਤਾਂ ਦੀ ਨਹੀਂ, ਗੱਲ ਧਰਮਾਂ ਦੀ ਨਹੀਂ, ਗੱਲ ਮਜ਼ਹਬਾਂ ਦੀ ਨਹੀਂ। ਹਰ ਚੀਜ਼ ਜਿੰਨੇ ਆ ਕੇ ਰਾਜ ਕੀਤਾ ਹੈ, ਇੱਕ ਸਲਤਨਤ, ਕਿੱਡਾ ਵੱਡਾ ਮੁਗਲੀਆ ਖਾਨਦਾਨ ਨੇ ਇੱਕ ਸਲਤਨਤ ਚਲਾਈ ਹੈ, ਤੇ ਉਹਨਾਂ ਦੀ ਬਹੁਤ ਸਾਰੀ ਨਿਸ਼ਾਨੀ ਹੈ। ਉਹਨਾਂ ਤੋਂ ਅਸੀਂ ਪ੍ਰੇਰਨਾ ਲੈ ਸਕਦੇ ਹਾਂ, ਸਿੱਖਿਆ ਲੈ ਸਕਦੇ ਹਾਂ ਕਿਸ ਤਰੀਕੇ ਦੇ ਨਾਲ। ਦੇਖੋ ਜੋ ਕਾਰੀਗਰ ਹੈ, ਕਾਰੀਗਰ ਤਾਂ ਨਹੀਂ ਜ਼ਰੂਰੀ ਕੋਈ ਹੋ ਸਕਦਾ ਕੋਈ ਰਾਜਾ ਜ਼ੁਲਮੀ ਹੋਵੇ, ਪਰ ਉਹਦੇ ਰਾਜੇ ਦੇ ਰਾਜ ਵਿੱਚ ਰਹਿਣ ਵਾਲਾ ਆਵਾਮ, ਉੱਥੋਂ ਦੇ ਕਾਰੀਗਰ, ਉੱਥੋਂ ਦੇ ਕੋਈ ਜਿਹੜੇ ਐਕਸਪਰਟ ਨੇ, ਭਾਵੇਂ ਉੱਥੋਂ ਦੇ ਜੋ ਮੌਸੀਕੀਕਾਰ ਨੇ, ਜਾਂ ਉੱਥੋਂ ਦੇ ਕੁਝ ਵਧੀਆ ਆਰਕੀਟੈਕਟ ਹੋ ਗਏ, ਬਿਲਡਰ ਹੋ ਗਏ, ਜਾਂ ਜਿਨ੍ਹਾਂ ਨੇ ਕੋਈ ਲੱਕੜ ਦਾ ਕੋਈ ਤਰਾਸ਼ਦੇ ਨੇ, ਕੁਝ ਮੀਨਾਕਾਰੀ ਕਰਦੇ ਨੇ, ਉਹ ਤਾਂ ਸਾਂਝੇ ਨੇ। ਉੱਥੋਂ ਤਾਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇਕਰ ਇਦਾਂ ਹੀ ਕਿ ਸਾਡੀ ਉਹਨਾਂ ਨਾਲ ਨਹੀਂ ਬਣਦੀ, ਉਹਨਾਂ ਦੀ ਨਹੀਂ ਬਣਦੀ, ਇਦਾਂ ਤਾਂ ਨਹੀਂ। ਇਹ ਸਾਨੂੰ ਵੈਸਟ ਕਲਚਰ ਤੋਂ ਸਿੱਖਣ ਦੀ ਲੋੜ ਹੈ ਕਿ ਉਹਨਾਂ ਨੇ ਅੱਜ ਵੀ, ਭਾਵੇਂ ਉਹਨਾਂ ਤੇ ਕਿਸੇ ਨੇ ਰਾਜ ਕਰਿਆ, ਭਾਵੇਂ ਉਹ ਚਲੇ ਗਏ, ਭਾਵੇਂ ਨਹੀਂ, ਤਾਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। ਉਹ ਕਿਹਾ ਜਾਂਦਾ ਵਾ ਕਿ ਜਿਸ ਤਰ੍ਹਾਂ ਲਹਿੰਦੇ ਪੰਜਾਬ ਦੀ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਕਿ ਆਪਣੇ ਸਿੱਖ ਧਰਮ ਦੇ ਨਾਲ ਸੰਬੰਧਿਤ ਜਿਹੜੇ ਬਹੁਤ ਜ਼ਿਆਦੀਆਂ ਪੁਰਾਤਨ ਇਮਾਰਤਾਂ ਉਹਨਾਂ ਨੇ ਸੰਭਾਲ ਕੇ ਰੱਖੀਆਂ। ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ, ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਜੋ ਲਹਿੰਦੇ ਪੰਜਾਬ ਦੇ ਵਿੱਚ ਨੇ, ਪੰਜਾਬ 'ਚ ਬਹੁਤ ਘੱਟ ਨਜ਼ਰ ਆ ਰਹੀਆਂ ਨੇ ਨਾ। ਇਹੀ ਗੱਲ ਹੈ ਨਾ ਭਾਜੀ, ਜਦੋਂ ਸਮਾਂ ਲੰਘਦਾ ਜਾਂਦਾ ਤਾਂ ਸਾਡੇ ਅਵੇਸਲੇਪਣ ਕਰਕੇ, ਸਾਡੀ ਨਲਾਇਕੀ ਕਰਕੇ ਅਸੀਂ ਉਹ ਚੀਜ਼ਾਂ ਸੰਭਾਲਦੇ ਨਹੀਂ। ਜਦੋਂ ਫਿਰ ਸਮੇਂ ਤੋਂ ਬਾਅਦ ਸਾਨੂੰ ਕੋਈ ਜਿਹੜੇ ਐਕਸਪਰਟ ਵਿਦਵਾਨ ਸੱਜਣ ਜਦੋਂ ਜੁੜ ਬੈਠਦੇ ਨੇ, ਜਿਹੜੇ ਇਹ ਖੋਜ ਕਰਦੇ ਨੇ, ਰਿਸਰਚ ਕਿੱਥੋਂ ਹੋਏਗੀ? ਅੱਜ ਜੇ ਇਹਨਾਂ ਦੇ ਉੱਪਰ ਰਿਸਰਚ ਕੀਤੀ ਜਾਵੇ, ਅੱਜ ਸਾਡੇ ਵਿੱਚ ਸਕਾਲਰ ਕਿਉਂ ਨਹੀਂ ਪੈਦਾ ਹੋ ਰਹੇ? ਕਿਉਂਕਿ PhD ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਹੋ ਰਹੀਆਂ ਨੇ।
ਆਰਕੀਓਲੋਜੀਕਲ ਡਿਪਾਰਟਮੈਂਟਸ ਬੈਠੇ ਨੇ, ਹੈਰੀਟੇਜ ਡਿਪਾਰਟਮੈਂਟ ਹੈ, ਟੂਰਿਜ਼ਮ ਡਿਪਾਰਟਮੈਂਟ ਹੈ, ਉਹਨਾਂ ਦੇ ਵਿੱਚ ਐਕਸਪਰਟ ਸੱਜਣ ਕਿੱਥੋਂ ਆਉਣਗੇ ਜਿਹੜੇ ਵਿਸ਼ੇਸ਼ ਇਸ ਵਿਸ਼ੇ ਦੇ ਮਾਹਿਰ ਨੇ। ਕੱਲ ਨੂੰ ਯੂਨੀਵਰਸਿਟੀਜ਼ ਦੇ ਵਿੱਚ, ਕਾਲਜ ਦੇ ਵਿੱਚ ਇਤਿਹਾਸ ਪੜ੍ਹਾਇਆ ਜਾਣਾ, ਸਿਲੇਬਸ ਪੜ੍ਹਾਇਆ ਜਾਣਾ। ਇਤਿਹਾਸ ਦੇ ਵਿੱਚ ਕੇਵਲ ਇਹ ਨਹੀਂ ਕਿ ਕੇਵਲ ਅਸੀਂ ਆਪਣਾ ਹੀ ਇਤਿਹਾਸ ਪੜ੍ਹਾਉਣਾ। ਇਤਿਹਾਸ ਤਾਂ ਇਤਿਹਾਸ ਹੁੰਦਾ, ਭਾਵੇਂ ਆਪਣਾ ਹੋਵੇ, ਭਾਵੇਂ ਗੈਰਾਂ ਦਾ ਹੋਵੇ, ਭਾਵੇਂ ਕਿਸੇ ਦਾ ਹੋਵੇ। ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਜੋ ਅੱਜ ਵਾਪਰ ਰਿਹਾ ਨਾ ਵਰਤਾਰਾ, ਉਹ ਕੱਲ ਨੂੰ ਇਤਿਹਾਸ ਬਣ ਜਾਣਾ। ਇਤਿਹਾਸ ਤਵਾਰੀਖ ਦੇ ਪੰਨਿਆਂ ਦੇ ਵਿੱਚ ਸੰਭਾਲ ਕੇ ਰੱਖਣਾ ਹੁੰਦਾ। ਜੋ ਕੱਲ ਹੋ ਚੁੱਕਿਆ ਜਾਂ ਇਸ ਤੋਂ ਪਹਿਲਾਂ ਹੋ ਚੁੱਕਿਆ, ਅੱਜ ਇਤਿਹਾਸ ਹੈ, ਅਸੀਂ ਸੰਭਾਲ ਕੇ ਰੱਖਣਾ। ਅਸੀਂ ਕੇਵਲ ਇਸ ਗੱਲ ਤੋਂ ਕਿ ਨਹੀਂ ਸੰਭਾਲਣਾ ਇਹ ਕਿਸੇ ਗੈਰਾਂ ਦਾ ਇਤਿਹਾਸ ਹੈ, ਇਹ ਬੜੀ ਇੱਕ ਕੰਮ ਬੁੱਧੀ ਦੀ ਗੱਲ ਹੈ, ਇਹ ਕੰਮ ਅਕਲ ਲੋਕ ਕਰਦੇ ਹੁੰਦੇ ਨੇ। ਇਸ ਚੀਜ਼ ਨੂੰ ਸੰਭਾਲਿਆ ਜਾਵੇ ਤਾਂ ਕਿ ਸਾਡੀ ਨਵੀਂ ਪੀੜ੍ਹੀ ਆ ਕੇ ਦੇਖੇ ਅੱਜ ਕਿਸ ਤਰੀਕੇ ਦੇ ਘਰ ਨੇ। ਅੱਜ ਅਸੀਂ 에ਅਰ ਕੰਡੀਸ਼ਨਸ ਘਰ ਬਣਨੇ, ਉਹਦੇ ਵਿੱਚ ਅਸੀਂ ਗਰਮੀ, ਇਹਨਾਂ ਦੇ ਵਿੱਚ ਤੁਸੀਂ ਪੂਰੇ ਜੇਠ ਹਾੜ ਦੇ ਮਹੀਨੇ ਦੇ ਵਿੱਚ ਆ ਜਾਓ, ਗਰਮੀ ਨਹੀਂ ਲੱਗੇਗੀ, ਹਵਾ ਬਿਲਕੁਲ ਕ੍ਰੋਸ ਹੋਏਗੀ। ਅੱਜ ਅਸੀਂ ਸਾਰੇ ਪਾਸੇ ਬੰਦ ਕਰਕੇ ਸ਼ੀਸ਼ਾ ਲਗਾ ਰਹੇ ਹਾਂ, ਉੱਪਰੋਂ ਸੂਰਜ ਦੀ ਤਪਸ਼ ਹੈ, ਏਸੀ ਲਗਾ ਕੇ ਉਹਦੇ ਵਿੱਚੋਂ ਕਲੋਰੋਫਲੋਰੋਕਾਰਬਨਸ ਨਿਕਲਦੀਆਂ ਨੇ, ਜਿਹਦੇ ਕਰਕੇ ਓਜ਼ੋਨ ਲੇਅਰ ਨੂੰ ਖਤਰਾ। ਓਜ਼ੋਨ ਲੇਅਰ ਦੇ ਵਿੱਚ ਬਹੁਤ ਸਾਰੀਆਂ ਹੋਲਸ ਹੋ ਚੁੱਕੇ ਨੇ, ਟਾਕੀਆਂ ਹੋ ਚੁੱਕੀਆਂ, ਤੇ ਓਜ਼ੋਨ ਲੇਅਰ ਦੇ ਥੱਲੇ ਆਉਣ ਕਰਕੇ ਉਹਦੇ ਵਿੱਚੋਂ ਜਿਹੜੀਆਂ ਕਲੋਰੋਫਲੋਰੋਕਾਰਬਨਸ ਜਾਂ ਹੋਰ ਜਿਹੜੀਆਂ ਇਦਾਂ ਦੀਆਂ ਗੈਸਿਸ ਨਿਕਲਦੀਆਂ, ਉਹ ਗੈਸਿਸ ਇੰਨੀਆਂ ਖਤਰਨਾਕ ਨੇ ਜਿਨ੍ਹਾਂ ਕਰਕੇ ਸਾਨੂੰ ਸਕਿਨ ਕੈਂਸਰ, ਜਿਨ੍ਹਾਂ ਕਰਕੇ ਹੋਰ ਬੜੀਆਂ ਭੈੜੀਆਂ ਭਿਆਨਕ ਬਿਮਾਰੀਆਂ ਆ ਰਹੀਆਂ। ਪਹਿਲਾਂ ਸਾਡੇ ਜਿਹੜੇ ਘਰ ਹੁੰਦੇ ਸੀ ਉਹ ਇਕੋ ਫਰੈਂਡਲੀ ਹੁੰਦੇ ਸੀ, ਕੱਚੇ ਘਰ ਹੁੰਦੇ ਸੀ, ਮਨ ਪੱਕੇ ਹੁੰਦੇ ਸੀ। ਅੱਜ ਘਰ ਪੱਕੇ ਹੋ ਗਏ, ਅਸੀਂ ਕੱਚੇ ਹੋ ਗਏ। ਇਹ ਜਿਹੜੇ ਪੁਰਾਤਨ ਪਿੰਡਾਂ ਦੇ ਵਿੱਚ ਤੁਸੀਂ ਅੱਜ ਵੀ ਚਲ ਜਾਓ, ਜਾਂ ਇਹ ਇਮਾਰਤਾਂ ਨੇ, ਇਹਨਾਂ ਦੇ ਵਿੱਚ ਕਿਸੇ ਪੱਖੇ ਦੀ ਲੋੜ ਨਹੀਂ, ਕਿਸੇ ਕੂਲਰ ਦੀ ਲੋੜ ਨਹੀਂ, ਕਿਸੇ ਏਸੀ ਦੀ ਲੋੜ ਨਹੀਂ। ਗਰਮੀਆਂ ਦੇ ਵਿੱਚ ਤੁਹਾਨੂੰ ਬਿਲਕੁਲ ਹਵਾ ਐਨ ਕ੍ਰੋਸ ਹੋਏਗੀ, ਜਿੱਦਾਂ ਮਰਜ਼ੀ ਬੈਠ ਸਕਦੇ ਹੋ। ਸਰਦੀਆਂ ਦੇ ਵਿੱਚ ਵੀ ਇਹ ਇਕੋ ਫਰੈਂਡਲੀ ਨੇ। ਹਰ ਤਰ੍ਹਾਂ ਦੇ ਮੌਸਮ ਦੀ, ਭਾਵੇਂ ਬਰਸਾਤ ਹੈ, ਭਾਵੇਂ ਧੁੱਪ ਹੈ, ਭਾਵੇਂ ਗਰਮੀ ਹੈ, ਭਾਵੇਂ ਸਰਦੀ ਹੈ, ਉਸ ਦੀ ਤਪਸ਼, ਉਸ ਦੀ ਠੰਡ ਨੂੰ ਸਹਿਣ ਕਰਨ ਦੇ ਅਨੁਕੂਲ ਸੀ। ਇੱਥੋਂ ਅਸੀਂ ਸਿਖਾਇਆ ਜਾਵੇ, ਜਿਹੜੇ ਸਾਡੇ ਨਵੇਂ ਆਰਕੀਟੈਕਟਸ ਜਾਂ ਬਿਲਡਰ ਜਿਹੜੇ ਪੈਦਾ ਹੋ ਰਹੇ ਨੇ, ਉਹਨੂੰ ਦੱਸਿਆ ਜਾਵੇ ਕਿ ਇਹ ਸਾਡੀ ਵਿਰਾਸਤ, ਇੱਥੋਂ ਦੇਖਿਆ ਜਾਵੇ ਇੱਥੋਂ ਕਿੱਦਾਂ ਦੀ ਕੀ ਕਮਾਲ ਦੀ ਹੋਏਗੀ। ਇਹਦੇ ਵਿੱਚ ਕੋਈ ਲੋਹਾ ਨਹੀਂ, ਕੋਈ ਸਰੀਆ ਨਹੀਂ, ਕੋਈ ਸੀਮੈਂਟ ਨਹੀਂ, ਕੋਈ ਕੁਛ ਹੋਰ ਨਹੀਂ, ਅੱਜ ਕੱਲ੍ਹ ਦੀ ਟੈਕਨੀਕ ਨਹੀਂ, ਤਾਂ ਕਿੱਦਾਂ ਖੜੇ ਨੇ। ਅੱਜ ਕੱਲ੍ਹ ਮਾਡਰਨ ਟੈਕਨੀਕ ਹੈ, ਸਾਰਾ ਕੁਝ ਸੀਮੈਂਟ ਹੈ, ਸਾਡੇ ਕੋਲ ਸਰੀਆ, ਪਤਾ ਨਹੀਂ ਕਿੰਨਾ ਕੁਛ ਅਸੀਂ ਮਟੀਰੀਅਲ ਪਾਉਂਦੇ ਹਾਂ, ਫਿਰ ਵੀ ਬਰਬਾਦ ਹੋ ਰਹੇ, ਫਿਰ ਵੀ ਐਕਸਪਾਇਰ ਹੋ ਰਹੇ ਜਾ ਰਹੇ ਨੇ ਸਾਡੇ। ਜ਼ਿਆਦਾਤਰ ਉਸਦੀ ਜਿਹੜੀ ਮਿਆਦ ਹੈ, ਅੱਜ ਦੀ ਗੱਲ ਕੀਤੀ ਜਾਵੇ ਤਾਂ 100 ਕੁ ਸਾਲ ਦੇ ਤਕਰੀਬਨ ਜਿਹੜੀ ਮਿਆਦ ਦਿੱਤੀ ਜਾਂਦੀ ਹੈ ਕਿ ਤੁਹਾਡੇ ਜਿਹੜੀ ਅੱਜ ਕੋਠੀ ਪਾ ਰਹੇ ਆ ਉਸ ਦੀ ਮਿਆਦ 100 ਸਾਲ ਰਹੇਗੀ। ਜੇਕਰ ਆਪਾਂ ਹਜ਼ਾਰਾਂ ਸਾਲ ਪਿੱਛੇ ਚੱਲ ਜਾਂਦੇ, ਅੱਜ ਤੱਕ ਕਿਵੇਂ ਸਟੈਂਡ ਨੇ। ਸਭ ਤੋਂ ਵੱਡੀ ਰਾਜ ਵਾਲੀ ਗੱਲ ਮੈਂ ਕਹਿ ਸਕਦਾ ਕਿ ਅੱਜ ਤੱਕ ਜਿਸ ਤਰ੍ਹਾਂ ਹੁਣ ਆਪਾਂ ਮਟੀਰੀਅਲ ਪਾਉਂਦੇ ਆ ਤਾਂ ਸੜਕਾਂ ਬਣਦੀਆਂ ਨੇ, ਛੇਤੀ ਟੁੱਟ ਜਾਂਦੀਆਂ, 5 ਸਾਲ ਦੀ ਮਾਸੇ ਮਿਆਦ ਹੁੰਦੀ ਉਹਨਾਂ ਦੀ। ਭਾਜੀ ਗੱਲ ਤਾਂ ਇਹੀ ਸੋਚਣ ਵਾਲੀ ਨਾ ਕਿ ਅੱਜ ਮਨਿਆਦ ਕਿਉਂ ਨਹੀਂ ਹੈਗੀ। ਇੰਨੀ ਅਸੀਂ ਅਲਟਰਾ ਮਾਡਰਨ ਟੈਕਨੋਲੋਜੀ ਹੈ, ਇੰਨੀ ਟੈਕਨੀਕਸ ਉਸਦੇ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਕੁਝ ਨਹੀਂ। ਤੁਸੀਂ ਦੇਖ ਲਓ ਫਲਾਈਓਵਰਸ ਕਿੰਨੇ ਬਣ ਰਹੇ ਨੇ। ਫਲਾਈਓਵਰ ਉਦੋਂ ਹੀ ਪਤਾ ਲੱਗਦਾ ਹੈ ਕਿ ਜੀ ਜ਼ਰਜ਼ਰਾ ਹੋ ਚੁੱਕੇ ਨੇ, ਚੂਹਿਆਂ ਨੇ ਕਰਕੇ ਉਹ ਖੁੱਡਾਂ ਕਰ ਲਈਆਂ ਜੀ, ਉਹਦੇ ਕਰਕੇ ਥੱਲੇ ਬੈਠ ਗਿਆ ਜੀ, ਸੜਕਾਂ ਬੈਠ ਗਈਆਂ। ਤੁਸੀਂ ਇੱਥੇ ਮੁਗਲਈ ਪੁਲ ਹੈ ਸਰਹੰਦ ਫਤਿਹਗੜ੍ਹ ਸਾਹਿਬ, ਜਦੋਂ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਗੁਰਦੁਆਰੇ ਜਾਂਦੇ ਹੋ ਤਾਂ ਉਹਨੂੰ ਮੁਗਲਈ ਪੁਲ ਰਸਤੇ 'ਚ ਆਉਂਦੇ ਨੇ। ਉਹ ਪੁਲ ਜਿਹੜੀ ਹੰਸਲਾ ਨਦੀ ਉੱਥੋਂ ਲੰਘਦੀ ਸੀ, ਅੱਗੇ ਚੋਆ ਲੰਘਦਾ, ਉਹਦੇ ਉੱਪਰੋਂ ਦੀ ਲੰਘਦੇ ਨੇ, ਜਿੱਥੇ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਤੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਉਹ ਅੱਜ ਵੀ ਪੁਲ ਉਵੇਂ ਖੜੇ ਨੇ। ਕਦੋਂ ਦੀ ਜਿਹੜੇ ਕੋਈ PWD ਡਿਪਾਰਟਮੈਂਟਸ ਹੈ, ਪਬਲਿਕ ਵਰਕਸ ਡਿਪਾਰਟਮੈਂਟਸ, ਉਹਨਾਂ ਨੇ ਕਦੋਂ ਦੀ ਐਕਸਪਾਇਰੀ ਡੇਟ ਨਿਯਤ ਕਰ ਦਿੱਤੀ ਹੋਈ ਹੈ। ਕਈ ਸਾਲ ਹੋ ਗਏ ਸਾਨੂੰ ਵੇਖਦਿਆਂ ਨੂੰ। ਅੱਜ ਵੀ ਉਹਦੇ ਉੱਪਰੋਂ ਟਰਾਲੇ ਵੀ ਲੰਘ ਰਹੇ ਨੇ, ਟਿੱਪਰ ਵੀ ਲੰਘ ਰਹੇ ਨੇ, ਹੈਵੀ ਵਹੀਕਲ ਵੀ ਲੰਘ ਰਹੇ ਨੇ, ਪਰ ਬਿਲਕੁਲ ਵੀ ਉਹ ਹਿਲਜੁਲ ਨਹੀਂ ਰਹੇ। ਕੋਈ ਉਹਨਾਂ ਦੇ ਵਿੱਚ ਕੋਈ ਲੈਂਟਰ ਨਹੀਂ, ਕੋਈ ਸਰੀਆ ਨਹੀਂ, ਕੇਵਲ ਡਾਟ ਫਸੀ ਹੋਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ, ਡਾਟ ਇੱਟਾਂ ਦੇ ਵਿੱਚ ਫਸ ਗਈ ਤੇ ਉਹ ਇੰਨਾ ਚੂਨੇ ਜਿੱਟਾਂ ਵਾਲਾ ਕੰਮ ਬਣ ਗਿਆ, ਹਿਲਦਾ ਹੀ ਕੁਛ ਨਹੀਂ ਹੈਗਾ। ਉਹਨਾਂ ਪੁਲਾਂ ਦੇ ਉੱਪਰੋਂ ਇੰਨਾ ਕੁਛ ਲੰਘਣ ਦੇ ਬਾਵਜੂਦ, ਸੈਂਕੜੇ ਸਾਲ ਬੀਤਣ ਦੇ ਬਾਵਜੂਦ ਵੀ ਉਹ ਖੜੇ ਨੇ ਮੁਗਲਈ ਪੁਲ ਤੇ। ਅੱਜ ਇਹ ਇਮਾਰਤਾਂ ਖੜੀਆਂ ਦੇਖੋ ਤੁਸੀਂ, ਇਹਦੇ ਵਿੱਚ ਕਿੰਨਾ ਕੁਛ ਉਗਾਇਆ। ਸਾਡੇ ਘਰ ਦੇ ਵਿੱਚ 1-4 ਬੂਟੇ ਉੱਗੇ ਹੁਣ, ਅਸੀਂ ਉਦੋਂ ਹੀ ਸਾਰਾ ਖਰਾਬ ਹੋ ਜਾਂਦਾ। 2 ਸਾਲ ਵਾਸਤੇ ਆਪਣੇ ਪੰਜਾਬ ਦੇ ਵਿੱਚ ਮੋਸਟਲੀ NRIs ਨੇ, ਸਾਲ 2 ਸਾਲ ਵਾਸਤੇ ਕਈ ਵਾਰੀ ਚਲੇ ਜਾਣ ਨਾ ਆਪਣੇ ਵਿਦੇਸ਼ ਦੇ ਵਿੱਚ, ਤਾਂ ਮਗਰੋਂ ਘਰ ਜਦੋਂ ਆ ਕੇ ਦੇਖਦੇ ਨੇ, ਘਰ ਖੰਡਰ ਹੋ ਜਾਂਦਾ, ਘਰ 'ਚ ਵੜਨ ਨੂੰ ਦਿਲ ਨਹੀਂ ਕਰਦਾ, ਘਰ ਦੀ ਹਾਲਾਤ ਹੋ ਜਾਂਦੀ ਹੈ। ਤੇ ਇਹਨਾਂ ਇਮਾਰਤਾਂ ਨੂੰ ਸੈਂਕੜੇ ਸਾਲ ਹੋ ਚੁੱਕੇ ਨੇ, ਇੰਨਾ ਕੁਛ ਬੂਟੇ ਇੱਥੇ, ਕੋਈ ਮੇਨਟੇਨੈਂਸ ਨਹੀਂ। ਇਸ ਦੇ ਬਾਵਜੂਦ ਵੀ ਇਹ ਆਪਣੀ ਹੋਂਦ, ਆਪਣੀ ਐਗਜ਼ਿਸਟੈਂਸ ਚਿਰਸਥਾਈ ਤੱਕ ਸਮਿਟੇ ਬੈਠੇ ਨੇ। ਸਾਡੇ ਅਣਗੌਲਾਪਣ ਅਸੀਂ ਕਿਉਂ ਨਹੀਂ ਦੇਖ ਰਹੇ? ਸਾਨੂੰ ਸੰਭਾਲਣਾ ਚਾਹੀਦਾ ਇਹ ਚੀਜ਼ਾਂ। ਸਾਡੀਆਂ ਧਰੋਹਰ ਨੇ, ਇਹਨੂੰ ਕਿਉਂ ਨਹੀਂ ਸੰਭਾਲਦੇ ਹੈਗੇ? ਸਾਡੇ ਡਿਪਾਰਟਮੈਂਟਸ ਕੀ ਕਰਦੇ ਨੇ? ਕੇਵਲ ਉਹਨਾਂ ਦੇ ਵਿੱਚ EMPLOYE ਭਰਤੀ ਕਰਕੇ ਉਹਨਾਂ ਨੇ ਸਿਰਫ ਖਾਨਾ ਪੂਰਤੀ ਕਰਨੀ ਹੈ। ਸਰਕਾਰਾਂ ਕਿਉਂ ਨਹੀਂ ਦੇਖਦੀਆਂ ਹੈਗੀਆਂ? ਸਰਕਾਰਾਂ ਕਿਉਂ ਨਹੀਂ ਧਿਆਨ ਦਿੰਦੀਆਂ? ਜੇਕਰ ਲਹਿੰਦਾ ਪੰਜਾਬ ਧਿਆਨ ਦੇਖ ਸਕਦਾ ਹੈ, ਜੇਕਰ ਹੋਰ ਯੂਰਪੀਅਨ ਜੋ ਕੰਟਰੀਜ਼ ਨੇ ਉਹ ਧਿਆਨ ਦੇ ਸਕਦੀਆਂ, ਜਾਂ ਹੋਰ ਇੰਗਲੈਂਡ ਹੈ, ਬ੍ਰਿਟੇਨ ਹੈ, ਉਹ ਧਿਆਨ ਦੇ ਸਕਦੇ ਨੇ, ਤਾਂ ਸਾਡੇ ਕੋਲ ਤਾਂ ਇੰਨਾ ਕੁਛ ਹੈ। ਸਾਡੇ ਤਾਂ ਇੱਥੇ ਕਦੇ ਖਿਲਜੀ ਖਾਨਦਾਨ ਆਇਆ, ਕਦੇ ਮੁਗਲੀਅਤ ਖਾਨਦਾਨ ਆਇਆ, ਕਦੇ ਹੋਰ ਬੜੇ ਖਾਨਦਾਨ ਇੱਥੇ ਆਏ ਨੇ ਜਿਨ੍ਹਾਂ ਨੇ ਰਾਜ ਕੀਤਾ, ਤੇ ਉਹਨਾਂ ਨੇ ਦੇਖੋ ਹਰੇਕ ਕੋਈ ਵੀ ਇੱਥੇ ਖਾਨਦਾਨ ਜਿੰਨੇ ਵੀ ਆ ਕੇ ਰਾਜ ਕੀਤਾ ਹੈ। ਇੰਡੀਆ ਤਾਂ ਬਹੁਤ ਪੁਰਾਤਨ ਜਿਹੜੀ ਧਰਤੀ ਹੈ, ਉਹਦੇ ਵਿੱਚ ਆਪਣਾ ਬਹੁਤ ਕੁਝ ਲੈ ਕੇ ਆਏ ਨੇ। ਹਰੇਕ ਆਪਣੀ ਆਪਣੀ ਕਲਾ ਨਾਲ ਲੈ ਕੇ ਆਇਆ, ਆਪਣਾ ਜੋ ਵੀ ਉਹਨਾਂ ਦੇ ਕੋਲ ਐਕਸਪਰਟ ਸੀ ਜਿਸ ਕਾਰਜ ਦੇ ਵਿੱਚ, ਉਹ ਲੈ ਕੇ ਆਏ ਨੇ, ਉੱਥੇ ਛਾਪ ਛੱਡ ਕੇ ਗਏ ਨੇ। ਅਸੀਂ ਕਿਉਂ ਨਹੀਂ ਉਹਨਾਂ ਦੀ ਪੈੜਾਂ ਸੰਭਾਲ ਕੇ ਰੱਖੀਆਂ? ਅਸੀਂ ਕਿਉਂ ਨਹੀਂ ਐਦਾਂ ਦੇ ਆਪਣੇ ਜੋ
ਅਜਾਇਬ ਘਰ ਨੇ, ਆਪਾਂ ਕਿਉਂ ਨਹੀਂ ਦੇ ਸਕੇ ਅਸੀਂ ਇਦਾਂ ਦੇ? ਉਹ ਅਜਾਇਬ ਘਰ ਬਣਾਉਂਦੇ, ਉਹ ਮੋਨੂਮੈਂਟਸ, ਉਹ ਇਦਾਂ ਦੀਆਂ ਮੋਨੂਮੈਂਟਸ ਸਾਨੂੰ ਪ੍ਰੋਟੈਕਟ ਕਰਕੇ ਰੱਖੀਆਂ ਜਾਂਦੀਆਂ, ਸੰਭਾਲ ਕੇ ਰੱਖਦੇ, ਦੁਨੀਆ ਆਉਂਦੀ ਦੇਖਦੀ। ਕਿੱਥੇ ਲੋਕਾਂ ਨੇ ਇੱਥੇ ਆ ਕੇ ਸਾਡੇ ਆਪਣੇ ਬੱਚੇ PhDs ਕਰਦੇ, ਰਿਸਰਚ ਕਰਦੇ, ਸਕਾਲਰ ਬਣਨਾ ਸੀ, ਬਾਹਰ ਨੂੰ ਲੋਕਾਂ ਨੇ ਆਉਣਾ ਸੀ। ਅਸੀਂ ਤਾਂ ਬਿਲਕੁਲ ਹੀ ਇਹ ਸਾਰਾ ਕੁਝ ਖਤਮ ਕਰਤਾ, ਧਿਆਨ ਨਹੀਂ ਦੇ ਰਹੇ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਦੀਵਾਨ ਟੋਡਰਮਲ ਜੀ ਦਾ ਸਿੱਖ ਧਰਮ ਦੇ ਨਾਲ ਬਹੁਤ ਵੱਡਾ ਜਿਹੜਾ ਇਤਿਹਾਸ ਹੈ ਜੁੜਦਾ ਹੈ, ਤਾਂ ਆਪਾਂ ਜੇਕਰ ਉਹਨਾਂ ਦੀ ਹਵੇਲੀ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾਂਦਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੀ ਉਹਨਾਂ ਦੀ ਹਵੇਲੀ ਹੈ ਕਾਫੀ ਜਿਹੜੀ ਖੰਡਰ ਹਾਲਤ ਦੇ ਵਿੱਚ ਹੈ। ਤੁਹਾਨੂੰ ਲੱਗਦਾ ਨਹੀਂ ਕਿ ਕਿਉਂਕਿ ਪਹਿਲਾਂ ਉਹਨਾਂ ਦਾ ਕੰਮ ਵੀ ਜਿਹੜਾ ਜ਼ਰੂਰੀ ਸੀਗਾ, ਜਹਾਜ਼ ਹਵੇਲੀ ਜਿਹੜੀ ਜਿਹਨਾਂ ਨੂੰ ਕਿਹਾ ਜਾਂਦਾ? ਦੇਖੋ, ਉਹ ਜਿਹੜੀ ਜਹਾਜ਼ ਹਵੇਲੀ ਹੈ ਉਹਦੇ ਨਾਂ ਤੋਂ ਹੀ ਕਲੀਅਰ ਹੈ ਕਿ ਜਹਾਜ਼ ਦੀ ਸ਼ਕਲ ਵਰਗੀ ਹਵੇਲੀ ਸੀ। ਬਹੁਤ ਅਮੀਰ ਖਾਨਦਾਨ ਚੋਂ ਸੀ ਦੀਵਾਨ ਟੋਡਰਮਲ ਜੀ, ਤੇ ਉਹਨਾਂ ਨੇ ਬਾ ਕਮਾਲ ਉਸ ਸਮੇਂ ਹਵੇਲੀ ਬਣਾਈ ਹੋਣੀ ਹੈ। ਅੱਜ ਉਹ ਇੰਨੀ ਖੰਡਰਾਤ ਹੋ ਚੁੱਕੀ ਹੈ, ਤੇ ਦਿਨ ਪ੍ਰਤੀ ਦਿਨ ਆਫਟਰ ਆਲ ਜਦੋਂ ਨਹੀਂ ਸੰਭਾਲ ਹੋਗੀ, ਕਿਤੇ ਨਾ ਕਿਤੇ ਤਾਂ ਉਹਨਾਂ ਨੇ ਕਰਨਾ ਹੀ ਹੈ ਨਾ ਉਹਦੇ ਵਿੱਚੋਂ। ਕਦੀ 2-4 ਇੱਟਾਂ ਨਿਕਲ ਗਈਆਂ, ਕਦੀ ਕਿਸੇ ਉਹਦੇ ਉੱਪਰ ਚੜੀ ਗਏ, ਉਸਦੇ ਵਿੱਚੋਂ ਇੱਟਾਂ ਖਿਸਕਾਤੀਆਂ ਜਾਂ ਕੁਝ ਵੀ, ਤਾਂ ਕਿਤੇ ਨਾ ਕਿਤੇ ਜ਼ਰਜ਼ਰਾ ਹੋਣੀ ਹੈ ਨਾ। ਉਹਨੂੰ ਕਿਉਂ ਨਹੀਂ ਸੰਭਾਲਿਆ ਜਾ ਰਿਹਾ ਹੈਗਾ? ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਅਸੀਂ? ਮੈਨੂੰ ਲੱਗਦਾ ਅਸੀਂ ਇਸ ਚੀਜ਼ ਦੀ ਵੇਟ ਕਰਦੇ ਹਾਂ ਕਿ ਬਿਲਕੁਲ ਖੰਡਰ ਹੋ ਜਾਵੇ, ਢਹਿ ਢੇਰੀ ਹੋ ਜਾਵੇ, ਉੱਥੇ ਥੇ ਬਣ ਜਾਵੇ। ਉਸ ਤੋਂ ਬਾਅਦ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦਿਖਾਉਣ ਵਾਸਤੇ ਜਾਂ ਆਪਣਾ ਵੱਡਾਪਣ ਦਿਖਾਉਣ ਵਾਸਤੇ ਅਸੀਂ ਉੱਥੇ ਇੱਕ ਟਾਈਲਾਂ ਲਿਆਵਾਂਗੇ, ਟਾਈਲਾਂ ਲਿਆ ਕੇ ਮੁੜ ਕੇ ਉੱਥੇ ਇਮਾਰਤਾਂ ਬਣਾ ਦਿੱਤੀਆਂ ਜਾਣਗੀਆਂ, ਉਹਦੇ ਉੱਪਰ ਲਾਲ ਰੰਗ ਦਾ ਪੇਂਟ ਕਰ ਦਾਂਗੇ, ਤੇ ਆਉਣ ਵਾਲੀ ਪੀੜ੍ਹੀ ਨੂੰ ਦੱਸਾਂਗੇ ਜੀ ਇਹ ਜੀ ਇੰਨੇ ਸਾਲ ਪੁਰਾਣੀ ਹੈ। ਤੇ ਕੀ ਗੱਲ ਪਤਾ ਨਹੀਂ ਲੱਗਦਾ ਹੈਗਾ ਉਦੋਂ ਦੀ ਇੱਟ ਤੇ ਅੱਜ ਦੀ ਇੱਟ ਕਿਤੇ ਇੱਕ ਬਰਾਬਰ ਹੈ? ਕਿਉਂਕਿ ਸਵਾਲ ਹੋਣਗੇ ਕਿ ਜਿਹੜੀ ਪੁਰਾਤਨ ਇੱਟ ਹੈ ਜਾਂ ਉਦੋਂ ਜਿਹੜਾ ਨਕਸ਼ਾ ਸੀਗਾ, ਕਿਉਂਕਿ ਹੁਣ ਸੋਸ਼ਲ ਮੀਡੀਆ ਦੌਰ ਹੈ, ਹਰੇਕ ਜਿਹੜੀ ਚੀਜ਼ ਹੈ ਉਹ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ। ਜੇਕਰ ਆਪਾਂ ਹੁਣ ਲਾਈਵ ਚੱਲ ਰਹੇ ਹਾਂ ਪੰਜਾਬ ਟੂ ਪ੍ਰਦੇਸ਼ ਦੇ ਉੱਪਰ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਜੇਕਰ ਆਪਾਂ ਲਾਈਵ ਚੱਲ ਰਹੇ ਉਸ ਤੋਂ ਬਾਅਦ ਆਪਾਂ ਰਿਕਾਰਡ ਵੀ ਜਿਹੜਾ ਪਾਵਾਂਗੇ, ਜੋ ਜਿੰਨੇ ਵੀ ਆਪਣੇ ਫਤਿਹਗੜ੍ਹ ਸਾਹਿਬ ਦੇ ਇੱਥੇ ਪੁਰਾਣੇ ਜੋ ਸਿੱਖ ਇਤਿਹਾਸ ਹੈ, ਜੋ ਜਿੰਨੇ ਵੀ ਇਤਿਹਾਸਕ ਪੁਰਾਣੀਆਂ ਇਮਾਰਤਾਂ ਨੇ ਆਪਾਂ ਸ਼ੇਅਰ ਕਰਾਂਗੇ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਅਲੋਪ ਹੁੰਦੀਆਂ ਜਾ ਰਹੀਆਂ। ਜ਼ਿਆਦਾਤਰ ਜਿਹੜੇ ਪੰਜਾਬ ਤੋਂ ਬਾਹਰ ਨੇ ਉਹ ਆਪਣੇ ਜਿਹੜੇ ਵਿਰਾਸਤਾਂ ਸੰਭਾਲ ਕੇ ਰੱਖਦੇ ਨੇ। ਕੀ ਕਾਰਨ ਕੀ ਸਮਝਦੇ ਤੁਸੀਂ ਕਿ ਆਪਣਾ ਜਿਹੜਾ ਵਾ ਇਸ ਪੁਰਾਤਨ ਜਿਹੜੀਆਂ ਇਮਾਰਤਾਂ ਨੇ ਪੰਜਾਬ ਸਰਕਾਰ ਕਿਉਂ ਨਹੀਂ ਧਿਆਨ ਦਿੰਦੀ ਨਾਲ? ਕੀ ਕਾਰਨ ਕੀ ਸਭ ਤੋਂ ਵੱਡਾ ਸਮਝਦੇ ਜੀ? ਦੇਖੋ, ਕਾਰਨ ਤਾਂ ਸਾਡੀ, ਮੈਂ ਨਲਾਇਕੀ ਕਹਾਂਗਾ, ਭਾਵੇਂ ਮੈਂ ਉਸ ਦੇ ਵਿੱਚ, ਭਾਵੇਂ ਕੋਈ ਹੈ, ਇਹ ਸਾਡੀ ਨਲਾਇਕੀ ਹੈ। ਜਦੋਂ ਤੁਸੀਂ ਆਪਣੇ ਪਾਸਟ ਨੂੰ, ਆਪਣੀ ਇਤਿਹਾਸਕ ਧਰੋਹਰ ਨੂੰ, ਆਪਣੀ ਵਿਰਾਸਤ ਨੂੰ ਪਿਆਰ ਕਰਦੇ ਹੋ, ਤਾਂ ਸਾਡਾ ਆਉਣ ਵਾਲਾ ਜੋ ਸਾਡਾ ਅੱਜ ਹੈ ਉਹ ਤਾਂ ਸਿਕਿਉਰ ਹੁੰਦਾ ਹੀ ਹੁੰਦਾ। ਅਸੀਂ ਆਉਣ ਵਾਲਾ ਕੱਲ੍ਹ ਵੀ ਆਪਣਾ ਸਿਕਿਉਰ ਕਰਦੇ ਹਾਂ। ਅਸੀਂ ਇੱਥੋਂ ਬਹੁਤ ਕੁਝ ਸਿੱਖਣਾ ਹੁੰਦਾ। ਇਹਦੇ ਵਿੱਚ ਬਹੁਤ ਸਾਰੀਆਂ, ਮੈਂ ਉਹੀ ਗੱਲ ਕਰਦਾ ਨਾ, ਰਿਸਰਚ ਹੋਣੀ ਹੈ। ਸਾਡੇ ਵਿੱਚੋਂ ਕਿੱਦਾਂ ਪੈਦਾ ਹੋਣਗੇ ਇੰਨੇ ਐਕਸਪਰਟ, ਇੰਨੇ ਵਿਦਵਾਨ, ਜਿਹੜੇ ਆ ਕੇ ਕਿਵੇਂ ਪਤਾ ਲੱਗੇਗਾ ਕਿ ਇੱਥੇ ਫਲਾਣਾ, ਇੱਥੇ ਮੁਗਲਿਆ ਖਾਨਦਾਨ ਨੇ ਆ ਕੇ ਰਾਜ ਕੀਤਾ? ਕਿਵੇਂ ਪਤਾ ਕਿ ਜਾਂ ਅਸੀਂ ਉਹ ਬਿਲਕੁਲ ਮਲੀਆਮੇਟ ਕਰਨਾ ਚਾਹੁੰਦੇ ਹਾਂ? ਅੱਜ ਤਾਜ ਮਹਿਲ ਹੈ, ਅੱਜ ਅਸੀਂ ਦਿਖਾਉਂਦੇ ਹਾਂ ਕਿ ਨਹੀਂ ਉਹਨੂੰ? ਅਸੀਂ ਇੱਕ 7 ਵੰਡਰ ਦੇ ਵਿੱਚ ਆ ਰਿਹਾ ਅੱਜ ਤਾਜ ਮਹਿਲ ਹੈ। ਇਹ ਨਹੀਂ ਵੀ ਉਹ ਅਕਬਰ ਦਾ ਬਣਾਇਆ ਹੋਇਆ, ਜਾਂ ਉਹ ਤਾਜ ਮਹਿਲ ਦੀ ਜੋ ਭਵਨ ਨਿਰਮਾਣ ਕਲਾ, ਉਹਦੇ ਵਿੱਚ ਪਤਾ ਲੱਗਦਾ ਵੀ ਇੰਨੇ 20 ਸਾਲਾਂ ਦੇ ਵਿੱਚ ਤਿਆਰ ਹੋਇਆ, 20 ਲੱਖ ਬੰਦੇ ਨੇ, ਸਾਰਾ ਕੁਝ ਉਹਦੇ ਵਿੱਚ ਲੇਬਰ, ਉਹਦੇ ਵਿੱਚ ਜੋ ਦੱਸਿਆ ਜਾਂਦਾ। ਤਾਜ ਮਹਿਲ ਹੈ, ਫਤਿਹਪੁਰ ਸਿਕਰੀ ਹੈ, ਲਾਲ ਕਿਲ੍ਹਾ ਹੈ। ਅੱਜ 15 ਅਗਸਤ ਜਾਂ 26 ਜਨਵਰੀ ਤੋਂ ਦੇਸ਼ ਦਾ ਤਿਰੰਗਾ ਝੰਡਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਉੱਥੇ ਲਹਿਰਾਉਂਦੇ ਨੇ, ਲਾਲ ਕਿਲ੍ਹਾ। ਕਿਉਂ ਨਵੀਂ ਬਿਲਡਿੰਗ ਬਣਾ ਕੇ? ਕਿਉਂ ਨਹੀਂ? ਕਿਉਂਕਿ ਉਹ ਚੀਜ਼ ਸੀ, ਧਰੋਹਰ ਹੈ ਸਾਡੇ ਦੇਸ਼ ਦੀ। ਲਾਲ ਕਿਲ੍ਹਾ, ਕੁਤਬ ਮੀਨਾਰ ਹੈ। ਐਦਾਂ ਹੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ, ਫਤਿਹਗੜ੍ਹ ਸਾਹਿਬ ਸਰਹੰਦ ਦੇ ਵਿੱਚ ਬਹੁਤ ਸਾਰੀਆਂ ਮੋਨੂਮੈਂਟਸ ਨੇ। ਉਹ ਚੀਜ਼ਾਂ ਵੱਲ ਦੇਖ ਕੇ ਸਾਨੂੰ ਪਤਾ ਲੱਗਦਾ ਕਿ ਦੇਸ਼ ਕਿੰਨਾ ਵਿਸ਼ਾਲ ਸੀ, ਕਿੰਨਾ ਇਹਦਾ ਅਮੀਰ ਇਹਦੀ ਵਿਰਸਾ ਸੀ, ਕਿੰਨਾ ਅਮੀਰ ਇਹਦਾ ਕਲਚਰ ਸੀ। ਅਸੀਂ ਸੱਭਿਆਚਾਰ, ਜੇਕਰ ਸਾਡੀ ਸੱਭਿਆਚਾਰ ਹੋਂਦ ਹੈ ਨਾ, ਉਹ ਸਾਡੇ ਵਿਰਸੇ ਤੋਂ ਹੀ ਮਿਲਦੀ ਹੈ। ਸਾਨੂੰ ਪਤਾ ਲੱਗਦਾ ਵੀ ਸਾਡੇ, ਅਸੀਂ ਸੱਭਿਆਚਾਰਕ ਦੇ ਪੱਖੋਂ ਕਿੰਨੇ ਅਮੀਰ ਆ। ਕਿੱਥੋਂ ਪਤਾ ਲੱਗੇਗਾ? ਜੇਕਰ ਸਾਡੇ ਕੋਲ ਪੁਰਾਤਨ ਚੀਜ਼ ਹੋਏਗੀ, ਸਾਡੀ ਧਰੋਹਰ ਹੋਏਗੀ। ਜਦੋਂ ਅਸੀਂ ਸਾਰੀਆਂ ਪੁਰਾਣੀਆਂ ਚੀਜ਼ਾਂ ਖਤਮ ਕਰਤੀਆਂ, ਨਵੀਆਂ ਚੀਜ਼ਾਂ ਬਣਾਈ ਗਏ, ਉੱਥੇ ਚੱਕ ਕੇ ਅਸੀਂ ਮਾਰਬਲ ਲਾਈ ਗਏ। ਮਾਰਬਲ ਤਾਂ ਯੂਰਪੀਅਨ ਮਾਰਬਲ ਬਹੁਤ ਮਸ਼ਹੂਰ ਹੈ, ਇਟਾਲੀਅਨ ਮਾਰਬਲ ਸਾਡਾ ਨਹੀਂ ਹੈ। ਮਾਰਬਲ ਉਹਨਾਂ ਦਾ, ਉਹ ਲਗਾਣ। ਸਾਡੇ ਕੋਲ ਤਾਂ ਇੰਨਾ ਕੁਝ ਪਿਆ, ਅਸੀਂ ਤਾਂ ਅੱਜ ਲਗਾ ਕੇ, ਚੂਨਾ ਦੇਖੋ ਕਿੰਨਾ ਕਮਾਲ ਦੀ ਚੀਜ਼ ਹੈ। ਅਸੀਂ ਇਸ ਦੇ ਵਿੱਚ ਤੁਸੀਂ ਦੇਖੋਗੇ, ਜਦੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਨਿਰਮਾਣ ਹੋਇਆ, ਉਹਦੇ ਵਿੱਚ ਦੱਸਦੇ ਨੇ ਕਿ ਉਸ ਦੇ ਵਿੱਚ ਦਾਲ ਪੀਸ ਕੇ ਵੀ ਲਾਈ ਗਈ, ਮੂੰਗੀ ਜਾਂ ਪਤਾ ਨਹੀਂ ਮੂੰਗੀ ਦੀ ਦਾਲ ਦੀ ਗੱਲ ਹੈ, ਕਿ ਉਹ ਪੀਸ ਕੇ ਚੂਨੇ ਦੇ ਵਿੱਚ ਲਾਈ ਗਈ। ਜਦੋਂ ਆਪਾਂ ਉੱਥੋਂ ਦਰਸ਼ਨੀ ਡਿਊਟੀ ਤੋਂ ਲੰਘ ਕੇ ਜਾਂਦੇ ਆ ਦਰਬਾਰ ਸਾਹਿਬ ਤੱਕ, ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨੇ, ਤਾਂ ਉਹ ਜਿਹੜੇ ਪੁਲ ਬਣਿਆ ਹੋਇਆ ਹੈ, ਜੋ ਲੰਘ ਹੈ, ਤਾਂ ਉਹ ਕਿੱਡਾ ਮਜ਼ਬੂਤ ਹੋਏਗਾ। ਉਹ ਦੇਖੋ, ਸਾਨੂੰ ਸਿੱਖਣ ਦੀ ਲੋੜ ਹੈ ਨਾ। ਉਹ ਅਸੀਂ ਤਾਂ ਹੀ ਸਿੱਖਾਂਗੇ ਜੇ ਸਾਡੇ ਕੋਲ ਚੀਜ਼ ਪ੍ਰੈਕਟੀਕਲ ਹੋਏਗੀ। ਕੇਵਲ ਕਿਤਾਬਾਂ 'ਚ ਪੜ੍ਹ ਕੇ ਨਹੀਂ ਨਾ ਸਿੱਖਿਆ ਜਾਂਦਾ। ਥਿਓਰੀਟੀਕਲ ਜਿਹੜੀ ਨੌਲੇਜ ਹੁੰਦੀ ਹੈ ਉਹ ਡਿਫਰੈਂਟ ਹੈ, ਉਹਦੇ ਵਿੱਚੋਂ ਨਹੀਂ ਸਾਨੂੰ ਕੁਝ ਪਤਾ ਲੱਗਣਾ। ਜੇ ਅਸੀਂ ਕਹਿ ਦਈਏ ਕਿ ਐਦਾਂ ਦਾ ਲਾਲ ਕਿਲ੍ਹਾ, ਅੱਜ ਦੱਸ ਦਈਏ ਵੀ ਲਾਲ ਕਿਲ੍ਹੇ ਦੀ ਹੋਂਦ ਨਾ ਸਾਡੇ ਕੋਲ ਹੋਵੇ, ਉਹ 'ਚ ਦੱਸ ਦਈਏ ਕਿ ਐਦਾਂ ਦਾ ਲਾਲ ਕਿਲ੍ਹਾ ਜੀ ਇੰਨੇ ਫੁੱਟ ਉੱਚਾ ਸੀ, ਇੰਨਾ ਚੌੜਾ ਸੀ, ਇੰਨੀਆਂ ਡੂੰਘੀਆਂ ਦੀ ਦੀਵਾਰਾਂ ਸੀ, ਇਹਦੇ ਵਿੱਚ ਤੋਸ਼ਾਖਾਨਾ ਸੀ, ਇਹਦੇ ਵਿੱਚ ਐਦਾਂ ਦੀਆਂ ਗੁੰਬਦੀਆਂ ਸੀ, ਐਦਾਂ ਵੱਡੇ ਗੁੰਬਦ ਸੀ, ਇੱਥੇ ਆਹ ਕੁਝ ਲੱਗਿਆ ਹੋਇਆ ਸੀ, ਇੱਥੇ ਐਦਾਂ ਝੰਡੇ ਝੂਲਦੇ ਸੀ। ਕੌਣ ਮੰਨ ਲਏਗਾ?
ਜਦੋਂ ਕੋਈ ਪੜ੍ਹੇਗਾ, ਪੜ੍ਹਨ ਤੋਂ ਬਾਅਦ ਅਗਲੇ ਦੀ ਜਿਗਿਆਸਾ ਹੋਏਗੀ ਨਾ, ਕਰਿਓਸਿਟੀ ਹੋਏਗੀ ਕਿ ਮੈਂ ਜਾ ਕੇ ਦੇਖਾਂ। ਉਹ ਕਿਵੇਂ ਦੇਖੇਗਾ? ਆ ਕੇ ਦੇਖਣਾ ਪੈਣਾ। ਜਦੋਂ ਆ ਕੇ ਦੇਖੋਗੇ ਫਿਰ ਕਹੇਂਗੇ ਵਾਕਈ ਅੱਜ ਲਾਲ ਕਿਲ੍ਹਾ, ਨਾ ਵਾਕਈ ਲਾਲ ਕਿਲ੍ਹਾ ਸੀ, ਉੱਥੇ ਕੁਝ ਹੋਰ ਹੋਵੇ ਕਲਰ, ਲਾਲ ਕਿਲ੍ਹਾ ਜੋ ਦੇਖਣਗੇ ਤਾਂ ਪਤਾ ਲੱਗੇਗਾ। ਕੁਤਬ ਮੀਨਾਰ ਹੈ, ਤਾਜ ਮਹਿਲ ਹੈ, ਉਸਤਾਦ ਸ਼ਾਗਿਰਦਰਾ ਮਕਬਰਾ ਹੈ, ਦੀਵਾਨ ਟੋਡਰਮਲ ਜੀ ਦੀ ਹਵੇਲੀ ਹੈ, ਭਗਤ ਸਦਨਾ ਜੀ ਦੀ ਮਸੀਤ ਹੈ, ਆਮ ਖਾਸ ਬਾਗ ਹੈ, ਕਰਤਾਰਪੁਰ ਸਾਹਿਬ ਨੇ, ਅੰਮ੍ਰਿਤਸਰ ਦੇ ਵਿੱਚ ਹੈ, ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੇ ਵਿੱਚ ਹੈ, ਹੋਰ ਬਹੁਤ ਸਾਰੀਆਂ ਸਾਊਥ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਮੈਂ ਕਹਿੰਦਾ ਅਸੀਂ ਅਫਸੋਸ ਕਰ ਸਕਦੇ ਹਾਂ। ਬਹੁਤ ਕੁਝ ਅਸੀਂ ਹੁਣ ਤੱਕ ਗਵਾ ਚੁੱਕੇ ਹਾਂ, ਬਹੁਤ ਕੁਝ ਅਸੀਂ ਖਤਮ ਕਰ ਚੁੱਕੇ ਹਾਂ, ਬਹੁਤ ਕੁਝ ਅਜੇ ਬਚਿਆ ਹੋਇਆ, ਉਹਨੂੰ ਬਚਾ ਲਈਏ। ਜਿਹੜਾ ਚੀਜ਼ ਬਚੀ ਹੈ ਉਹਨੂੰ ਬਚਾ ਲਈਏ, ਉੱਤੇ ਮਾਣ ਕਰੀਏ, ਉਹਨੂੰ ਸੰਭਾਲ ਲਈਏ। ਇਹ ਨਾ ਹੋਈਏ ਇਤਿਹਾਸ ਸਾਨੂੰ ਕਦੇ ਮਾਫ ਨਹੀਂ ਕਰੇਗਾ, ਆਉਣ ਵਾਲੀਆਂ ਪੀੜ੍ਹੀਆਂ ਮਾਫ ਨਹੀਂ ਕਰਨਗੀਆਂ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਇਤਿਹਾਸ ਦੇ ਗੁਨਹਗਾਰ ਨਾ ਬਣੀਏ। ਅਸੀਂ ਇੱਕ ਉਹਨਾਂ ਦੇ ਸਾਹਮਣੇ ਐਦਾਂ ਇੱਕ ਕੋਈ ਜਿਵੇਂ ਕੋਈ ਮੁਜਰਮ ਹੁੰਦਾ ਨਾ, ਮੁਜਰਮ ਬਣ ਕੇ ਨਾ ਆਪਣੇ ਆਪ ਨੂੰ ਪੇਸ਼ ਕਰੀਏ, ਆਪਣੇ ਆਪ ਨੂੰ ਇਹ ਧੱਬਾ ਹਟਾਉਂਦੇ ਹੋਏ ਮੁਜਰਮ ਤੋਂ ਬਚਾ ਕੇ ਰੱਖੀਏ, ਤਾਂ ਕਿ ਅਸੀਂ ਜੋ ਅੱਜ ਸਾਡੀ ਇਤਿਹਾਸਕ ਇਮਾਰਤ ਹੈ, ਧਰੋਹਰ ਹੈ, ਸਾਡਾ ਕਲਚਰ ਹੈ, ਸਾਡਾ ਵਿਰਸਾ ਹੈ, ਸਾਡੀ ਸ਼ਬਦਾਵਲੀ ਹੈ, ਸਾਡੀ ਲੈਂਗੁਏਜ ਹੈ, ਸਾਡਾ ਸੱਭਿਆਚਾਰ ਹੈ, ਉਹਨਾਂ ਨੂੰ ਬਚਾ ਕੇ ਰੱਖੀਏ, ਉਹਦੇ ਉੱਪਰ ਮਾਣ ਕਰੀਏ, ਅੱਗੇ ਉਹਨਾਂ ਨੂੰ ਪ੍ਰੋਟੈਕਟ ਕਰੀਏ, ਸਿਕਿਉਰ ਕਰੀਏ, ਤਾਂ ਕਿ ਅਸੀਂ ਵਧੀਆ ਮਾਹੌਲ, ਵਧੀਆ ਇੱਕ ਸਮਾਜ ਸਿਰਜਣ ਦੀ ਤਾਂ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਇਹ ਸਾਨੂੰ ਐਡਵੋਕੇਟ ਗਗਨਦੀਪ ਗੁਰਾਇਆ ਜੀ, ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਕੋਈ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਨੇ, ਬਹੁਤ ਵੱਡਾ ਇਤਿਹਾਸ ਹੈ। ਤਾਂ ਜੇਕਰ ਆਪਾਂ ਗੱਲ ਕਰ ਲਈਏ ਜਿਹੜਾ ਮਕਬਰਾ ਉਸਤਾਦ ਜਿਹੜਾ ਸ਼ਾਗਿਰਦ ਦਾ ਮਕਬਰਾ ਹੈ, ਅੱਜ ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜੇ ਪੁਰਾਣੀਆਂ ਚੀਜ਼ਾਂ ਨੇ ਉਹ ਦਿਖਾਈਆਂ ਜਾਣ। ਤਾਂ ਤੁਸੀਂ ਕਮੈਂਟ ਬਾਕਸ 'ਤੇ ਦੱਸ ਸਕਦੇ ਹੋ ਤੁਹਾਡੇ ਏਰੀਏ ਦੇ ਵਿੱਚ ਵੀ ਕੋਈ ਪੁਰਾਣੀ ਇਮਾਰਤ ਜਾਂ ਪੁਰਾਣਾ ਕੋਈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤੁਹਾਡੇ ਕੋਈ ਖਾਸ ਹੈ ਜੋ ਪਿਛੋਕੜ ਹੈ, ਜੋ ਮੀਡੀਆ ਦੇ ਸਾਹਮਣੇ ਨਈ ਚੀਜ਼ ਆ ਰਹੀ। ਅਸੀਂ ਉਹ ਤੁਹਾਡੀ ਜਿਹੜੀ ਆਵਾਜ਼ ਹੈ, ਉਹ ਤੁਹਾਡੀ ਜਿਹੜੀ ਵੀਡੀਓ ਬਣਾ ਕੇ ਸਾਰੀ ਜਿਹੜੀ ਹੈ ਪਬਲਿਕ ਤੱਕ ਪਹੁੰਚਾਵਾਂਗੇ। ਤਾਂ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਮਿੱਤਰਪਾਲ ਦੇ ਨਾਲ ਪੰਜਾਬ ਟੂ ਪ੍ਰਦੇਸ਼, ਫਤਿਹਗੜ੍ਹ ਸਾਹਿਬ।